ਸਸਕੈਚੁਅਨ ਇਮੀਗ੍ਰੈਂਟ ਨੋਮਨੀ ਪ੍ਰੋਗਰਾਮ ਦੇ ਟੋਟਲ 4 ਪ੍ਰੋਗਰਾਮ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਪ੍ਰੋਗਰਾਮ ਹੈ ਸਸਕੈਚੁਅਨ ਫਾਰਮ ਓਨਰ ਐਂਡ ਆਪਰੇਟਰ, ਜਿਸ ਦੇ ਥਰੂ ਐਗਰੀਕਲਚਰ ਫਾਰਮਿੰਗ ਨਾਲ ਰਿਲੇਟ ਕਰਨ ਵਾਲੇ ਕੈਂਡੀਡੇਟਸ ਨੂੰ ਪੀਆਰ ਮਿਲਦੀ ਹੈ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਸਸਕੈਚੁਅਨ ਫਾਰਮ ਓਨਰ ਐਂਡ ਆਪਰੇਟਰ ਪ੍ਰੋਗਰਾਮ ਨੂੰ ਡਿਸਕਸ ਕਰਾਂਗੇ। ਉਸ ਦੀਆਂ ਕੀ ਐਲੀਜੀਬਿਲਟੀਜ਼ ਨੇ, ਉਸ ਦੇ ਲਈ ਕੀ ਕੁਝ ਰਿਕੁਆਇਰਡ ਹੈ, ਉਸ ਨੂੰ ਅਪਲਾਈ ਕਿਵੇਂ ਕੀਤਾ ਜਾ ਸਕਦਾ ਵਾ, ਇਹਨਾਂ ਚੀਜ਼ਾਂ ਦੇ ਉੱਪਰ ਆਪਾਂ ਗੱਲ ਕਰਾਂਗੇ। ਸੋ ਮੇਰੀ ਇਹ ਵੀਡੀਓ शुरू तो लैके अखीर तक देखना, चैनल को सबसक्राइब कर देना। वेलकम टू माई चैनल, यू आर वाचिंग मीतस व्लॉग्स, माई नेम इज गुरमीत सिंह। सो लैट्स डिस्कस दिस प्रोग्राम। सस्कैचुअन फार्म ओनर एंड ऑपरेटर प्रोग्राम ये कहता है कि एक कैटेगरी उन्होंने लोगों वास्ते आ, उसके लिए 3 लाइन्स मैंशन की गई ने। It says that this category is for those who want to move to Saskatchewan and have experience in farming, have capital to invest in farming operation, plan to buy and run a farm in Saskatchewan। जिन्हों को एक्सपीरियंस है फार्मिंग के उन्होंने वास्ते, जिन्हों को मनी या एसट्स है इन्वेस्ट कर सकते हैं फार्मिंग ओपरेशन उन्होंने वास्ते। एंड थर्ड कैटेगरी उन्होंने लोगों की है जिहड़े कुछ प्लान कर सकते हैं उत्थे सस्कैचुअन के फार्म नूं बाय करने वास्ते जां फार्म नूं रन करने वास्ते। ये उन्होंने 3 तरह के लोगों के वास्ते ये प्रोग्राम है, जिन्हों को फार्मिंग का एक्सपीरियंस है, जिन्हों को कुछ मनी है उत्थे फार्मिंग नूं ऑपरेट करने वास्ते, तो जिहड़ी उत्थे लैंड बाय कर सकते हैं, जिहड़े उस एग्रीकल्चर लैंड की गल कर रहा मैं, लैंड बाय कर सकते हैं जिहड़े उस लैंड नूं रन कर सकते हैं सस्कैचुअन दे विच। एलिजिबिलिटीज़ अगे ये की कह रहे हैं, इस प्रोग्राम दे लई एलिजिबल होने वास्ते ਤੁਹਾਡੇ ਕੋਲ ਜਿਹੜੀ ਨੈਟ ਵਰਥ ਹੋਣੀ ਚਾਹੀਦੀ ਆ। ਇਨ ਦੈਟ ਇਟ ਸੇਜ਼ ਯੂ ਮਸਟ ਪ੍ਰੋਵਾਈਡ ਫਾਈਨੈਂਸ਼ੀਅਲ ਡਾਕੂਮੈਂਟਸ ਦੈਟ ਸ਼ੋ ਅ ਨੈਟ ਵਰਥ ਆਫ 5 ਲੱਖ ਕੈਨੇਡੀਅਨ ਡਾਲਰ। 5 ਲੱਖ ਕੈਨੇਡੀਅਨ ਡਾਲਰ ਦੀ ਤੁਹਾਡੇ ਕੋਲ ਨੈਟ ਵਰਥ ਹੋਣੀ ਚਾਹੀਦੀ ਆ। ਅਪਰੋਕਸੀਮੇਟਲੀ ਇੰਡੀਅਨ ਕਰੰਸੀ ਦੇ ਹਿਸਾਬ ਨਾਲ ਗੱਲ ਕਰੀਏ ਤੇ ਇਹ 3 ਕਰੋੜ ਰੁਪਏ ਬਣੇਗਾ। ਰਿਫੰਡੇਬਲ ਅਗਲੀ ਐਲੀਜੀਬਿਲਟੀ ਕੀ ਹੈ? ਪਹਿਲੀ ਇਹ ਹੈ ਕਿ ਤੁਹਾਡੇ ਕੋਲ ਇੰਨੇ ਪੈਸੇ, ਇੰਨੀ ਕੈਨੇਡੀਅਨ ਡਾਲਰ ਹੋਣੇ ਚਾਹੀਦੇ ਨੇ। ਅਗਲੀ ਜਿਹੜੀ ਐਲੀਜੀਬਿਲਟੀ ਆ ਉਹ ਇਹ ਹੈ ਕਿ ਯੂ ਮਸਟ ਸਾਈਨ ਅ ਪਰਫੋਰਮੈਂਸ ਐਗਰੀਮੈਂਟ ਟੂ ਪਰਚੇਜ਼ ਐਂਡ ਐਕਟਿਵਲੀ ਆਪਰੇਟ ਅ ਫਾਰਮ ਇਨ ਸਸਕੈਚੁਅਨ। ਤੁਸੀਂ ਇੱਕ ਪਰਫੋਰਮੈਂਸ ਐਗਰੀਮੈਂਟ ਨੂੰ ਸਾਈਨ ਕਰੋਗੇ ਜਿਹਦੇ ਵਿੱਚ ਉਸ ਲੈਂਡ ਨੂੰ, ਫਾਰਮ ਨੂੰ ਖਰੀਦਣਾ ਜਾਂ ਉਸਨੂੰ ਐਕਟਿਵਲੀ ਆਪਰੇਟ ਕਰਨ ਵਾਸਤੇ ਉਸ ਦੇ ਲਈ ਤੁਸੀਂ ਸਾਈਨ ਕਰੋਗੇ, ਇੱਕ ਐਗਰੀਮੈਂਟ ਹੋਵੇਗਾ। ਯੂ ਵਿਲ ਆਲਸੋ ਨੀਡ ਟੂ ਮੇਕ ਏ ਗੁੱਡ ਫੇਥ ਡਿਪੋਜ਼ਿਟ। ਇੱਕ ਤੁਹਾਨੂੰ ਡਿਪੋਜ਼ਿਟ ਉਹਨਾਂ ਦੇ ਇੱਕ ਟਰਸਟ ਦੇ ਵਿੱਚ ਇੰਨੀ ਅਮਾਊਂਟ ਡਿਪੋਜ਼ਿਟ ਕਰਾਉਣੀ ਪਏਗੀ, 75,000 Canadian dollar। The cash deposit will be returned when you have met the terms of the performance agreement। इस performance agreement ਨੂੰ ਜਿਹਨੂੰ ਤੁਸੀਂ ਸਾਈਨ ਕਰਨਾ ਵਾ ਉਹਦੀਆਂ ਕੁਝ ਟਰਮਸ ਐਂਡ ਕੰਡੀਸ਼ਨਸ ਹੋਣਗੀਆਂ ਜਿਹੜੀਆਂ ਕਿ ਤੁਸੀਂ ਫੁੱਲਫਿਲ ਮੈਟ ਕਰ ਜਾਂਦੇ ਹੋ। ਇਨ ਦੈਟ ਕੰਡੀਸ਼ਨ ਤੁਹਾਨੂੰ ਉਹ ਤੁਹਾਡਾ ਜਿਹੜਾ ਤੁਸੀਂ ਇੱਕ ਗੁੱਡ ਫੇਥ ਡਿਪੋਜ਼ਿਟ ਜਿਹੜਾ ਕਿ 75,000 ਕੈਨੇਡੀਅਨ ਡਾਲਰ ਦਾ ਡਿਪੋਜ਼ਿਟ ਕਰਾਂਗੇ ਤੁਹਾਨੂੰ ਵਾਪਸ ਮਿਲ ਜਾਏਗਾ। ਜੇ ਅੱਗੇ ਉਹ ਕਹਿੰਦਾ ਵਾ ਇਫ ਯੂ ਡੂ ਨਾਟ ਮੀਟ ਦੀ ਟਰਮਸ ਵਿਦਿਨ 2 years ਆਫ ਬੀਇੰਗ ਇਨ ਸਸਕੈਚੁਅਨ ਦੇ ਵਿੱਚ ਪਹੁੰਚ ਕੇ ਜੇਕਰ ਤੁਸੀਂ 2 ਸਾਲਾਂ ਦੇ ਵਿੱਚ ਉਹਦੀਆਂ ਜੋ ਕੰਡੀਸ਼ਨਸ ਨੇ ਪਰਫੋਰਮੈਂਸ ਐਗਰੀਮੈਂਟ ਦੀ ਨਹੀਂ ਤੁਸੀਂ ਉਹਨੂੰ ਫੁੱਲਫਿਲ ਕਰਦੇ, ਜੇ ਉਹਨੂੰ ਮੀਟ ਨਹੀਂ ਕਰਦੇ, ਇਨ ਦੈਟ ਕੇਸ ਇਹ ਡਿਪੋਜ਼ਿਟ ਜਿਹੜਾ ਤੁਹਾਡਾ ਵਾ ਪ੍ਰੋਵਿੰਸ ਸਸਕੈਚੁਅਨ ਨੂੰ ਪੇ ਕਰ ਦਿੱਤਾ ਜਾਵੇਗਾ। ਨੈਕਸਟ ਐਲੀਜੀਬਿਲਟੀ ਹੈ ਮੈਂਡੇਟਰੀ ਵਿਜ਼ਿਟ ਟੂ ਸਸਕੈਚੁਅਨ। ਯੂ ਮਸਟ ਮੇਕ ਐਨ ਐਕਸਪਲੋਰਟਰੀ visit to Saskatchewan for at least 5 working days। ਐਕਸਪਲੋਰੇਟਰੀ ਵਿਜ਼ਿਟ ਤੁਹਾਨੂੰ ਸਸਕੈਚੁਅਨ ਦੇ ਵਿੱਚ ਕਰਨੀ ਪੈ ਸਕਦੀ ਆ, ਜਿਹੜੀ ਕਿ ਜ਼ਰੂਰੀ ਆ, ਜਿਹੜੀ ਕਿ 5 ਵਰਕਿੰਗ ਡੇਜ਼ ਦੀ ਹੋਵੇਗੀ। ਨੈਕਸਟ ਐਲੀਜੀਬਿਲਟੀ ਆ ਫਾਰਮ ਆਪਰੇਸ਼ਨ ਨੌਲੇਜ ਐਂਡ ਐਕਸਪੀਰੀਅੰਸ। ਤੁਹਾਡੇ ਕੋਲ ਜੋ ਤੁਸੀਂ ਕੰਮ ਕਰਨਾ ਵਾ ਉੱਥੇ ਉਹਦੀ ਨੌਲੇਜ ਹੋਣੀ ਬਹੁਤ ਜ਼ਰੂਰੀ ਆ। ਯੂ ਮਸਟ ਪ੍ਰੋਵਾਈਡ ਡਾਕੂਮੈਂਟੇਸ਼ਨ। ਉਸ ਦੇ ਲਈ ਤੁਸੀਂ ਡਾਕੂਮੈਂਟ ਵੀ ਅਪਲਾਈ ਉਹਨਾਂ ਨੂੰ ਪ੍ਰੋਵਾਈਡ ਕਰੋਗੇ ਜਿਹੜੇ ਕਿ ਸ਼ੋਅ ਕਰਦੇ ਹੋਣ ਕਿ ਤੁਸੀਂ ਇੱਕ ਐਕਸਪੀਰੀਅੰਸ ਫਾਰਮ ਆਪਰੇਟਰ ਹੋ, ਜਿਹਨੂੰ ਕਿ ਉਹ ਫਰਦਰ ਇੰਟਰਵਿਊ ਦੇ ਥਰੂ ਵੈਰੀਫਾਈ ਵੀ ਕਰ ਸਕਦੇ ਆ, ਤੁਹਾਡੀ ਇੰਟਰਵਿਊ ਵੀ ਹੋ ਸਕਦੀ ਆ। ਨੈਕਸਟ ਇਟ ਸੇਜ਼ ਦੈਟ ਅ ਪ੍ਰੈਕਟੀਕਲ ਵੈਲ ਥੋਟ ਆਊਟ proposal for a commercial Saskatchewan farming opportunity। ਅੱਗੋਂ ਕਹਿੰਦਾ ਪ੍ਰੋਵਿੰਸ਼ੀਅਲ ਐਂਡ ਫੈਡਰਲ ਇਮੀਗ੍ਰੇਸ਼ਨ ਪ੍ਰੋਗਰਾਮ ਕ੍ਰਾਈਟੇਰੀਆ ਕੈਨ ਚੇਂਜ ਐਟ ਐਨੀ ਟਾਈਮ। ਇਹ ਜਿਹੜਾ ਜੋ ਵੀ ਦੀਆਂ ਐਲੀਜੀਬਿਲਟੀਜ਼ ਨੇ, ਜੋ ਇਸਦਾ ਕ੍ਰਾਈਟੇਰੀਆ ਵਾ ਕਿਸੇ ਵੀ ਟਾਈਮ ਉਹ ਚੇਂਜ ਹੋ ਸਕਦਾ ਵਾ।
ਉਸ ਦੇ ਲਈ ਉਹ ਕਹਿ ਰਹੇ ਨੇ ਪਲੀਜ਼ ਸੀ IRCC ਵੈਬਸਾਈਟ ਫੋਰ ਅਪ ਟੂ ਡੇਟ ਇਨਫੋਰਮੇਸ਼ਨ। IRCC ਦੀ ਜਿਹੜੀ ਵੈਬਸਾਈਟ ਉਹਨੂੰ ਦੇਖੋ, ਤੁਸੀਂ ਦੇਖਦੇ ਹੋ ਰੈਗੂਲਰਲੀ, ਉਹਦੀਆਂ ਕੀ ਰਿਕੁਆਇਰਮੈਂਟਸ ਨੇ ਉਹ ਵੀ ਚੇਂਜ ਹੋ ਸਕਦੀਆਂ ਨੇ। Further, it says that the federal government sets the amount of nominations that SINP can make every year। ਫੈਡਰਲ ਜਿਹੜੀ ਗਵਰਨਮੈਂਟ ਆ, ਜਿਹੜੀ ਕੈਨੇਡਾ ਦੀ ਗਵਰਨਮੈਂਟ ਆ, ਉਹ ਅਮਾਊਂਟ ਨੂੰ ਸੈੱਟ ਕਰਦੀ ਕਿ ਕਿੰਨੇ ਲੋਕਾਂ ਨੂੰ ਨੋਮੀਨੇਸ਼ਨ ਦੇਣੀ ਹੈ PR ਦੇ ਵਾਸਤੇ। ਐਪਲੀਕੇਸ਼ਨਸ ਆਰ ਨੋਟ ਗਾਰੰਟੀਡ ਟੂ ਬੀ ਐਕਸੈਪਟਡ। ਜਿਹੜੇ ਵੀ ਲੋਕ ਇਸ ਕੈਟਾਗਰੀ ਨੂੰ ਅਪਲਾਈ ਕਰਨਗੇ ਜਾਂ ਕਿਸੇ ਹੋਰ ਵੀ ਕੈਟਾਗਰੀ ਨੂੰ ਭਾਵੇਂ ਕੋਈ ਅਪਲਾਈ ਕਰਦਾ ਵਾ, ਉਹਦੀ ਕੋਈ ਗਰੰਟੀ ਨਹੀਂ ਆ ਵੀ ਉਹ ਫਾਈਲਾਂ ਐਕਸੈਪਟ ਹੋਣਗੀਆਂ ਹੀ। ਅੱਗੋਂ ਇਹ ਦੱਸ ਰਿਹਾ ਜੀ ਇਹਦਾ ਫਾਰਮ ਓਨਰਸ ਐਂਡ ਆਪਰੇਟਰ ਦਾ ਐਪਲੀਕੇਸ਼ਨ ਕ੍ਰਾਈਟੇਰੀਆ ਕੀ ਆ। ਟੂ ਬੀ ਅਪਰੂਵਡ ਫॉर ਦੀ ਨੋਮੀਨੇਸ਼ਨ, ਤੁਹਾਨੂੰ ਨੋਮੀਨੇਸ਼ਨ ਆ ਜਾਵੇ, ਕਿਉਂਕਿ ਜਦੋਂ ਆਪਾਂ ਆਪਣੀ ਐਪਲੀਕੇਸ਼ਨ ਇੱਕ ਸਬਮਿਟ ਕਰਦੇ ਹਾਂ ਉਸ ਤੋਂ ਬਾਅਦ ਸਸਕੈਚੁਅਨ ਸਾਨੂੰ ਇੱਕ ਨੋਮੀਨੇਸ਼ਨ ਲੈਟਰ ਸੈਂਡ ਕਰਦਾ ਵਾ, ਜਿਸ ਦੇ ਵਿੱਚ ਉਹ ਕਹਿੰਦਾ ਵਾ ਵੀ ਤੁਸੀਂ ਐਲੀਜੀਬਲ ਹੋ, ਤੁਸੀਂ ਸਾਡੇ ਲਈ ਇੱਕ ਗੁੱਡ ਕੈਂਡੀਡੇਟ ਹੋ, ਤੁਸੀਂ ਫਰਦਰ ਉਸ ਨੂੰ ਅਪਲਾਈ ਕਰੋ। ਉਸ ਚੀਜ਼ ਦੇ ਵਾਸਤੇ ਉਹ ਕਹਿ ਰਹੇ ਆ ਵੀ ਤੁਹਾਡੇ ਕੋਲ ਕੀ ਹੋਣਾ ਚਾਹੀਦਾ ਵਾ। ਤੁਹਾਡੇ ਕੋਲ ਪਰਸਨਲ ਨੈਟ ਵਰਥ ਆਫ 5 ਲੱਖ ਕੈਨੇਡੀਅਨ ਡਾਲਰ ਦੀ ਤੁਹਾਡੇ ਕੋਲ ਇੱਕ ਪਰਸਨਲ ਨੈਟ ਵਰਥ ਹੋਣੀ ਚਾਹੀਦੀ ਹੈ। ਇੰਨੀ ਅਮਾਊਂਟ ਦੀਆਂ ਤੁਹਾਡੇ ਕੋਲ ਪੈਸੇ ਜਾਂ ਤੁਹਾਡੇ ਕੋਲ ਚੀਜ਼ਾਂ ਹੋਣੀ ਚਾਹੀਦੀਆਂ ਵਾ, ਜਾਂ ਤੁਹਾਡੇ ਕੋਲ ਲੈਂਡ ਹੋਵੇ ਇੱਧਰ, ਜਾਂ ਤੁਹਾਡੇ ਕੋਲ ਘਰ ਹੋਣ, ਉਹਦੀ ਟੋਟਲ ਜਿਹੜੀ ਅਮਾਊਂਟ ਆ ਜੇ ਆਪਾਂ ਇੰਡੀਅਨ ਕਰੰਸੀ ਦੇ ਹਿਸਾਬ ਨਾਲ ਕਰੀਏ 3 ਕਰੋੜ ਦੀ ਹੋਣੀ ਚਾਹੀਦੀ ਆ। ਉਹ ਜਿਹੜੀ ਅਮਾਊਂਟ ਆ ਜੋ ਤੁਹਾਡੇ ਕੋਲ ਪੈਸਾ ਵਾ, ਇਟ ਸੇਜ਼ ਉਹ ਲੀਗਲੀ ਹੋਣਾ ਚਾਹੀਦਾ ਵਾ, ਲੀਗਲ ਵੇ ਨੇ ਤੁਸੀਂ ਅਰਨ ਕੀਤਾ ਹੋਣਾ ਚਾਹੀਦਾ। ਹੈਵ ਅਕੋਮੂਲੇਟਡ ਯੂਰ ਨੈਟਵਰਥ ਲੀਗਲੀ। ਇਹਦਾ ਨੈਕਸਟ ਕ੍ਰਾਈਟੇਰੀਆ ਵਿੱਚ ਇਹ ਕਹਿੰਦਾ ਵਾ ਕਿ ਤੁਹਾਡੇ ਕੋਲ 3 ਸਾਲ ਦਾ ਐਕਸਪੀਰੀਅੰਸ ਹੋਣਾ ਹੀ ਚਾਹੀਦਾ ਵਾ, ਫਾਰਮ ਓਨਰਸ਼ਿਪ ਦੇ ਵਿੱਚ ਹੋਵੇ ਜਾਂ ਫਾਰਮ ਮੈਨੇਜਮੈਂਟ ਦੇ ਵਿੱਚ ਹੋਵੇ ਜਾਂ ਪ੍ਰੈਕਟੀਕਲੀ ਫਾਰਮਿੰਗ ਐਕਸਪੀਰੀਅੰਸ ਹੋਵੇ, ਜਾਂ ਤੁਸੀਂ ਉਸ ਫਾਰਮਿੰਗ ਦੀ ਜਿਹੜੀ ਐਗਰੀਕਲਚਰ ਫਾਰਮਿੰਗ ਆ ਉਹਦੇ ਉੱਪਰ ਤੁਸੀਂ ਮਾਲਕਾਂ ਵਾਂਗੂ ਕੰਮ ਕੀਤਾ ਹੋਵੇ। ਓਨਰਸ਼ਿਪ, ਦਿਸ ਇਜ਼ ਦਾ ਮੀਨਿੰਗ ਆਫ ਓਨਰਸ਼ਿਪ। ਫਾਰਮ ਮੈਨੇਜਮੈਂਟ ਦੀ ਗੱਲ ਕਰੀਏ, ਤੁਸੀਂ ਉਹਨੂੰ ਮੈਨੇਜ ਕਰਦੇ ਸੀਗੇ ਸਾਰੇ ਨੂੰ, ਤੁਸੀਂ ਬੰਦੇ ਲਗਾਏ ਸੀਗੇ ਥੱਲੇ, ਬੰਦੇ ਲਗਾ ਕੇ ਤੁਸੀਂ ਮੈਨੇਜ ਕਰਵਾ ਰਹੇ ਸੀਗੇ ਵੀ ਕਿੱਦਾਂ ਕੀ ਕੁਝ ਕਰਨਾ ਵਾ। ਨੈਕਸਟ ਕੰਡੀਸ਼ਨ ਹੈ ਕਿ ਤੁਹਾਡੇ ਕੋਲ ਐਕਸਪੀਰੀਅੰਸ ਹੋਣਾ ਚਾਹੀਦਾ ਪ੍ਰੈਕਟੀਕਲ। ਅਗਲਾ ਕ੍ਰਾਈਟੇਰੀਆ ਵਾ ਗਿਵ ਅ ਪ੍ਰਪੋਜ਼ਲ ਫॉर ਅ ਕਮਰਸ਼ੀਅਲ ਸਸਕੈਚੁਅਨ ਫਾਰਮਿੰਗ ਓਪਰਚੁਨਿਟੀ ਵਿਦ ਪਲਾਨਸ ਟੂ ਇਨਵੈਸਟ ਅ ਮਿਨੀਮਮ ਆਫ 1,50,000 ਕੈਨੇਡੀਅਨ ਡਾਲਰ। ਤੁਸੀਂ ਇੱਕ ਪ੍ਰਪੋਜ਼ਲ ਦਿਓਗੇ ਸਸਕੈਚੁਅਨ ਫਾਰਮਿੰਗ ਓਪਰਚੁਨਿਟੀਜ਼ ਨੂੰ ਵਿਦ ਪਲਾਨਸ, ਕਿ ਤੁਹਾਡੇ ਪਲਾਨ ਕੀ ਆ, ਕਿ ਤੁਸੀਂ ਇੰਨੇ ਡਾਲਰ ਤੁਸੀਂ ਇਨਵੈਸਟ ਕਰਨੇ ਆ। ਯੂਅਰ ਪ੍ਰਪੋਜ਼ਲ ਸ਼ੁੱਡ ਬੀ ਬੇਸਡ ਔਨ ਦਾ ਰਿਸਰਚ ਕੰਸਲਟੇਸ਼ਨਸ ਐਂਡ ਫਾਰਮਲ ਕੋਰਸ ਵਰਕ ਰੈਲੇਵੈਂਟ ਟੂ ਸਸਕੈਚੁਅਨ ਐਗਰੀਕਲਚਰ ਕੰਡੀਸ਼ਨਸ। ਸਸਕੈਚੁਅਨ ਦੀ ਐਗਰੀਕਲਚਰ ਦੀਆਂ ਜੋ ਕੰਡੀਸ਼ਨਸ ਆ, ਉਹ ਜਿਹੜੀ ਤੁਸੀਂ ਪ੍ਰਪੋਜ਼ਲ ਦੇਣਾ ਵਾ, ਉਹ ਸਸਕੈਚੁਅਨ ਐਗਰੀਕਲਚਰ ਦੀਆਂ ਕੰਡੀਸ਼ਨਸ ਦੀ ਰਿਸਰਚ ਦੇ ਉੱਪਰ ਹੋਣਾ ਚਾਹੀਦਾ ਵਾ, ਉੱਥੋਂ ਕੰਸਲਟੇਸ਼ਨਸ ਦੇ ਬੇਸਡ ਹੋਣਾ ਚਾਹੀਦਾ ਵਾ, ਜਾਂ ਫਾਰਮਲ ਕੋਰਸ ਵਰਕ ਦੇ ਅਕੋਰਡਿੰਗ ਹੋਣਾ ਚਾਹੀਦਾ ਵਾ। ਹੌਬੀ ਫਾਰਮਸ ਡੂ ਨੋਟ ਕੁਆਲੀਫਾਈ। ਸ਼ੌਂਕੀਆ ਤੌਰ 'ਤੇ ਜਿਹੜੇ ਫਾਰਮਿੰਗ ਕਰਦੇ ਨੇ ਉਹ ਇਹਦੇ 'ਚ ਕੁਆਲੀਫਾਈ ਨਹੀਂ ਹੋਣਗੇ। ਪ੍ਰਪੋਜ਼ਲ ਸ਼ੁੱਡ ਬੀ ਅ ਕਮਰਸ਼ੀਅਲ ਪ੍ਰੋਜੈਕਟ। ਇਹ ਜਿਹੜਾ ਪ੍ਰੋਜੈਕਟ ਆ, ਜਿਹੜਾ ਪ੍ਰਪੋਜ਼ਲ ਆ, ਉਹ ਕਮਰਸ਼ੀਅਲ ਹੀ ਹੋਣਾ ਚਾਹੀਦਾ ਵਾ ਵਿਦ ਦਾ ਐਕਸਪੈਕਟੇਸ਼ਨ ਆਫ ਪ੍ਰੋਫਿਟ, ਜਿਹਦੇ ਵਿੱਚੋਂ ਕੁਝ ਪ੍ਰੋਫਿਟ ਵੀ ਆਏਗਾ। ਕੁਝ ਇਸ ਤਰੀਕੇ ਦਾ ਪਲਾਨ ਤੁਹਾਨੂੰ ਦੇਣਾ ਪਏਗਾ ਉੱਥੇ। ਇਨ ਸਸਕੈਚੁਅਨ ਅ ਕੁਆਲੀਫਾਈਡ ਫਾਰਮਿੰਗ ਬਿਜ਼ਨਸ ਮਸਟ ਹੈਵ ਮਿਨੀਮਮ 10,000 ਕੈਨੇਡੀਅਨ ਡਾਲਰ ਇਨ ਐਨੂਅਲ ਰੈਵਨਿਊ। ਜਿਹੜਾ ਫਾਰਮਿੰਗ ਬਿਜ਼ਨਸ ਆ, ਉਹਦੀ ਮਿਨੀਮਮ ਜਿਹੜੀ ਰੈਵਨਿਊ ਆਏਗਾ ਉਸ ਇਨਕਮ ਦੇ ਵਿੱਚੋਂ, ਉਹ ਮਿਨੀਮਮ ਰੈਵਨਿਊ ਜਿਹੜਾ ਹੋਣਾ ਚਾਹੀਦਾ ਵਾ, ਐਨੂਅਲ ਰੈਵਨਿਊ, ਉਹ 10,000 ਕੈਨੇਡੀਅਨ ਡਾਲਰ ਹੋਣਾ ਚਾਹੀਦਾ ਵਾ। ਅੱਗੋਂ ਇਹ ਕਹਿ ਰਿਹਾ ਵਾ ਫਾਰਮਿੰਗ ਦੇ ਵਾਸਤੇ ਜੇ ਤੁਸੀਂ ਇਹਦੇ ਲਈ ਐਲੀਜੀਬਲ ਹੋਣਾ ਵਾ, ਤੁਹਾਡੇ 55 ਪੁਆਇੰਟਸ ਹੋਣੇ ਚਾਹੀਦੇ ਆ ਔਨ ਦਾ ਫਾਰਮ ਓਨਰ ਦੇ ਵਿੱਚ ਹੋਵੇ ਭਾਵੇਂ, ਜਾਂ ਤੁਸੀਂ ਫਾਰਮ ਆਪਰੇਟਰ ਦੀ ਕੈਟਾਗਰੀ ਦੇ ਵਿੱਚ ਕਰ ਰਹੇ ਹੋ, ਤੁਹਾਡੇ ਐਟਲੀਸਟ 55 ਪੁਆਇੰਟਸ ਹੋਣੇ ਚਾਹੀਦੇ ਆ, ਤਾਂ ਹੀ ਤੁਸੀਂ ਇਸ ਪ੍ਰੋਗਰਾਮ ਦੇ ਲਈ ਐਲੀਜੀਬਲ ਹੋ ਸਕਦੇ ਜੀ। ਅੱਗੋਂ ਇਹਨਾਂ ਦਾ ਇੱਕ ਸਟਰੀਮ ਹੋਰ ਆ ਜਿਹਦੇ ਵਿੱਚ ਯੰਗ ਫਾਰਮਰ ਸਟਰੀਮ, ਫਾਰਮ ਓਨਰਸ ਐਂਡ ਆਪਰੇਟਰ ਦੇ ਵਿੱਚ ਹੀ ਇੱਕ ਹੋਰ ਇਹਨਾਂ ਦੀ ਕੈਟਾਗਰੀ ਆ। ਉਹਦੇ ਵਾਸਤੇ ਇਹ ਕੀ ਕਰਿਆ, ਦੀ ਯੰਗ ਫਾਰਮਰਸ ਟੀਮ ਵਾਸ ਕ੍ਰੀਏਟਡ ਟੂ ਅਲਾਉ ਯੰਗ ਫਾਰਮ ਫੈਮਲੀਜ਼ ਟੂ ਸਟੈਬਲਿਸ਼ देयर ਲਾਈਵ ਐਂਡ ਫਾਰਮਿੰਗ ਆਪਰੇਸ਼ਨਸ ਇਨ ਰੂਰਲ ਏਰੀਆਜ਼ ਆਫ ਸਸਕੈਚੁਅਨ ਦੇ ਜਿਹੜੇ ਪੇਂਡੂ ਇਲਾਕੇ ਨੇ ਉਹਨਾਂ ਦੇ ਵਿੱਚ ਅਲਾਉ ਕੀਤਾ ਜਾਂਦਾ ਜਿਹੜੇ ਯੰਗ ਫਾਰਮ ਫੈਮਲੀਜ਼ ਹੈਗੀਆਂ ਨੇ, ਤਾਂ ਕਿ ਉਹ ਆਪਣੇ ਆਪ ਨੂੰ ਉੱਥੇ ਐਸਟੈਬਲਿਸ਼ ਕਰ ਸਕਣ, ਆਪਣਾ ਫਾਰਮਿੰਗ ਆਪਰੇਸ਼ਨ ਨੂੰ ਚਲਾ ਸਕਣ ਉੱਥੇ। ਉਸ ਦੇ ਵਾਸਤੇ ਉਹ ਕ੍ਰਾਈਟੇਰੀਆ ਦੱਸ ਰਹੇ ਨੇ,
ਤੁਹਾਡੇ ਕੋਲ 3 ਲੱਖ ਡਾਲਰ ਕੈਨੇਡੀਅਨ ਦੀ ਵਰਥ ਹੋਣੀ ਚਾਹੀਦੀ ਆ। ਉਹ ਤਾਂ ਤੁਸੀਂ ਉਹ ਜਿਹੜੀ ਤੁਹਾਡੀ ਵਰਥ ਆ ਤੁਹਾਡੇ ਕੋਲ ਲੀਗਲੀ ਹੋਣੀ ਚਾਹੀਦੀ ਆ। ਤੁਸੀਂ 40 ਸਾਲ ਤੋਂ ਥੱਲੇ ਹੋਣੇ ਚਾਹੀਦੇ ਜੇ। ਤੁਹਾਡੇ ਕੋਲ 3 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਵਾ ਸੇਮ ਕੈਟਾਗਰੀਜ਼ ਦੇ ਵਿੱਚ, ਫਾਰਮ ਓਨਰਸ਼ਿਪ ਦੇ ਵਿੱਚ, ਫਾਰਮ ਮੈਨੇਜਮੈਂਟ ਦੇ ਵਿੱਚ, ਪ੍ਰੈਕਟੀਕਲ ਫਾਰਮਿੰਗ ਐਕਸਪੀਰੀਅੰਸ ਦੇ ਵਿੱਚ। ਸੇਮ ਤੁਸੀਂ ਉਸੇ ਤਰੀਕੇ ਨਾਲ ਹੀ ਇੱਕ ਪ੍ਰਪੋਜ਼ਲ ਦੋਗੇ ਕਮਰਸ਼ੀਅਲ ਫਾਰਮਿੰਗ ਓਪਰਚੁਨਿਟੀਜ਼ ਨੂੰ, ਜਿਹੜਾ ਕਿ ਤੁਹਾਡਾ ਰਿਸਰਚ ਦੇ ਉੱਪਰ ਬੇਸ ਹੋਣਾ ਚਾਹੀਦਾ ਵਾ, ਸਸਕੈਚੁਅਨ ਐਗਰੀਕਲਚਰ ਦੀਆਂ ਕੰਡੀਸ਼ਨਸ ਦੇ ਉੱਪਰ। ਹੌਬੀ ਫਾਰਮਿੰਗ ਇਹਦੇ ਵਿੱਚ ਕੁਆਲੀਫਾਈ ਨਹੀਂ ਹੋਣਗੇ। ਇਹ ਜਿਹੜੇ ਪ੍ਰੋਜੈਕਟ ਹੋਏਗਾ, ਇਹਦਾ ਪਲਾਨਸ ਹੋਣਗੇ ਸਿਰਫ ਇਹ ਪ੍ਰੋਫਿਟ ਦੇ ਉੱਪਰ ਹੋਣਾ ਚਾਹੀਦਾ ਵਾ, ਕਮਰਸ਼ੀਅਲ ਪ੍ਰੋਜੈਕਟ ਹੋਏਗਾ ਇਹ। ਉਹਦੇ ਲਈ ਸੇਮ ਕੰਡੀਸ਼ਨ ਹੈ ਵੀ ਐਨੂਅਲ ਰੈਵਨਿਊ ਜਿਹੜੀ ਆ ਕੁਆਲੀਫਾਈਡ ਫਾਰਮਿੰਗ ਬਿਜ਼ਨਸ ਦੇ ਵਿੱਚੋਂ ਉਹ 10,000 ਕੈਨੇਡੀਅਨ ਡਾਲਰ ਹੋਣੀ ਚਾਹੀਦੀ ਆ। ਯੂ ਐਂਡ ਯੂਅਰ ਸਪਾਊਸ ਮਸਟ ਹੈਵ employment skills based on education and experience to supplement your farming income। ਤੁਹਾਨੂੰ ਜਾਂ ਤੁਹਾਡੇ ਸਪਾਊਸ ਨੂੰ ਕੋਲ ਐਮਪਲੋਇਮੈਂਟ ਸਕਿੱਲਸ ਹੋਣੇ ਚਾਹੀਦੇ ਆ ਜਿਹੜੇ ਕਿ ਬੇਸਡ ਔਨ ਐਜੂਕੇਸ਼ਨ ਜਾਂ ਐਕਸਪੀਰੀਅੰਸ ਦੇ ਉੱਪਰ, ਐਜੂਕੇਸ਼ਨ ਐਂਡ ਐਕਸਪੀਰੀਅੰਸ ਦੇ ਉੱਪਰ, ਜਿਹੜੇ ਤੁਹਾਡੀ ਫਾਰਮਿੰਗ ਇਨਕਮ ਨੂੰ ਪੂਰਾ ਕਰ ਸਕਣ, ਉਹਨੂੰ ਵਧਾ ਸਕਣ। ਨੋਮੀਨੇਸ਼ਨ ਰਿਕੁਆਇਰਮੈਂਟਸ ਕੀ ਆ ਬੋਥ ਕੈਟਾਗਰੀਜ਼ ਦੇ ਉੱਪਰ। ਇੱਕ ਉੱਪਰ ਆਪਾਂ ਕੈਟਾਗਰੀ ਡਿਸਕਸ ਕੀਤੀ ਸੀਗੀ ਸਸਕੈਚੁਅਨ ਫਾਰਮ ਓਨਰ ਐਂਡ ਓਪਰੇਟਰ ਦੀ, ਇੱਕ ਯੰਗ ਫਾਰਮਰਸ ਦੀ ਆਪਾਂ ਕੀਤੀ ਸੀਗੀ। ਉਹਨਾਂ ਦੋਵਾਂ ਸਟਰੀਮਸ ਦੇ ਵਾਸਤੇ ਉਹ ਕਹਿ ਰਹੇ ਆ ਯੂ ਕੈਨ ਨੋਟ ਕੁਆਲੀਫਾਈ, ਤੁਸੀਂ ਉਹਦੀ ਤੁਸੀਂ ਕੁਆਲੀਫਾਈ ਨਹੀਂ ਹੋ ਸਕਦੇ ਇਫ ਯੂ ਡੂ ਨੋਟ ਮੀਟ ਵਨ ਔਰ ਮੋਰ ਆਫ ਦਾ ਕ੍ਰਾਈਟੇਰੀਆ ਲਿਸਟਡ ਬਲੋ। ਜੇ ਤੁਸੀਂ ਇੱਕ ਜਾਂ ਹੋਰ ਲਿਸਟ ਜਿਹੜੇ ਕ੍ਰਾਈਟੇਰੀਆ ਹੈਗੇ ਨੇ, ਜੇਕਰ ਤੁਸੀਂ ਉਹਨਾਂ ਨੂੰ ਨਹੀਂ ਫੁੱਲਫਿਲ ਕਰਦੇ, ਉਹਨਾਂ ਨੂੰ ਮੀਟ ਨਹੀਂ ਕਰਦੇ, ਜੋ ਰਿਕੁਆਇਰਮੈਂਟਸ ਐਲੀਜੀਬਿਲਟੀਜ਼ ਨੇ, ਤੁਸੀਂ ਈਜ਼ੀਲੀ ਕੁਆਲੀਫਾਈ ਨਹੀਂ ਕਰ ਸਕਦੇ। ਯੂ ਔਰ ਅ ਡਿਪੈਂਡੈਂਟ ਫੈਮਿਲੀ ਮੈਂਬਰ ਹੈਜ਼ ਅ ਸੀਰੀਅਸ ਮੈਡੀਕਲ ਕੰਡੀਸ਼ਨ, ਤੁਹਾਨੂੰ ਜਾਂ ਤੁਹਾਡੇ ਫੈਮਿਲੀ ਮੈਂਬਰ ਨੂੰ ਕਿਸੇ ਨੂੰ ਜਿਨ੍ਹਾਂ ਨੇ ਨਾਂ ਲਾਉਣਾ ਵਾ, ਜੇਕਰ ਉਹਨਾਂ ਨੂੰ ਸੀਰੀਅਸ ਮੈਡੀਕਲ ਕੰਡੀਸ਼ਨ ਉਹਨਾਂ ਦੀ ਸੋਰੀ ਉਹ ਨਹੀਂ ਅਪਲਾਈ ਕਰ ਸਕਦੇ। ਜੇਕਰ ਤੁਹਾਨੂੰ ਜਾਂ ਤੁਹਾਡੇ ਕਿਸੇ ਫੈਮਿਲੀ ਮੈਂਬਰ ਦੇ ਵਿੱਚੋਂ ਜਿਨ੍ਹਾਂ ਨੂੰ ਜਿਹੜੇ 18 ਸਾਲ ਤੋਂ ਉੱਪਰ ਨੇ, ਜੇਕਰ ਕਿਸੇ ਦਾ ਕ੍ਰਿਮੀਨਲ ਰੈਕਡ ਹੈਗਾ, ਉਹ ਨਹੀਂ ਅਪਲਾਈ ਕਰ ਸਕਦੇ ਇਸ ਲਈ। ਇਫ ਯੂ ਹੈਵ ਅਨਰਿਜ਼ੋਲਵਡ ਕਸਟਡੀ ਔਰ ਚਾਈਲਡ ਸਪੋਰਟ ਡਿਸਪਿਊਟਸ ਅਫੈਕਟਿੰਗ ਐਨੀ ਫੈਮਿਲੀ ਮੈਂਬਰ ਆਫ ਯੋਰ ਫੈਮਿਲੀ, ਕੋਈ ਵੀ ਅਨਰਿਜ਼ੋਲਵਡ ਕਸਟਡੀ ਹੈ ਜਾਂ ਕੋਈ ਚਾਈਲਡ ਸਪੋਰਟ ਡਿਸਪਿਊਟ ਤੁਹਾਡਾ ਚੱਲ ਰਿਹਾ ਵਾ, ਜਾਂ ਉਹ ਕਿਸੇ ਤੁਹਾਡੇ ਫੈਮਿਲੀ ਮੈਂਬਰ ਨੂੰ ਅਫੈਕਟ ਕਰ ਰਿਹਾ ਵਾ, ਤੁਸੀਂ ਨਹੀਂ ਅਪਲਾਈ ਕਰ ਸਕਦੇ। ਇਫ ਯੂ ਹੈਵ ਇੰਟੈਂਸ਼ਨਲੀ ਕਮਿਟਡ ਮਿਸਪ੍ਰੈਜੈਂਟੇਸ਼ਨ ਔਰ ਫਰੋਡ ਇਨ ਯੋਰ ਐਪਲੀਕੇਸ਼ਨ, ਕੁਝ ਗਲਤ ਡਾਕੂਮੈਂਟ ਤੁਸੀਂ ਜੇਕਰ ਸ਼ੋਅ ਕੀਤੇ ਨੇ, ਇਨ ਦੈਟ ਕੇਸ ਆਲਸੋ ਯੂ ਵਿਲ ਨਾਟ ਬੀ ਕੁਆਲੀਫਾਈਡ ਫॉर ਦਿਸ। ਐਪਲੀਕੇਸ਼ਨ ਸਬਮਿਟ ਕਰਨ ਤੋਂ ਪਹਿਲਾਂ ਉਹ ਕੀ ਕਹਿੰਦੇ ਨੇ, ਤੁਹਾਨੂੰ ਦੇਖਣਾ ਪਏਗਾ ਕਿ ਤੁਸੀਂ ਕ੍ਰਾਈਟੇਰੀਆ ਮੈਟ ਕਰ ਰਹੇ ਜੀ। Also you need to access and prepare all the forms and documents ਜੋ ਵੀ ਇਹਦੇ ਲਈ ਡਾਕੂਮੈਂਟਸ ਚਾਹੀਦੇ ਨੇ ਉਹ ਤੁਹਾਨੂੰ ਰੈਡੀ ਕਰਨੇ ਪੈਣਗੇ। comply with the steps involved in the application process ਤੁਹਾਨੂੰ ਜਿਹੜੇ ਵੀ ਸਟੈਪਸ ਹੈਗੇ ਨੇ ਉਹਨਾਂ ਨੂੰ ਮੰਨਣਾ ਪਏਗਾ। ਪ੍ਰੋਸੈਸਿੰਗ ਫੀਸ ਇਹਦੀ ਇਸ ਦੋਵਾਂ 'ਚੋਂ ਕੋਈ ਵੀ ਸਟਰੀਮ ਆਪਾਂ ਲਗਾ ਲਈਏ, ਇਹਨਾਂ ਦੀ ਪ੍ਰੋਸੈਸਿੰਗ ਫੀਸ ਵੀ ਹੈਗੀ ਆ 2500 ਕੈਨੇਡੀਅਨ ਡਾਲਰ ਉਹਦੀ ਪ੍ਰੋਸੈਸਿੰਗ ਫੀਸ ਹੈ। ਉਸ ਤੋਂ ਇਲਾਵਾ 75,000 ਡਾਲਰ ਜਿਹੜਾ ਵਾ ਇੱਕ ਡਿਪੋਜ਼ਿਟ ਆ, ਜਿਹੜਾ ਗੁੱਡ ਫੇਥ ਡਿਪੋਜ਼ਿਟ ਆ, ਉਹ ਵੀ ਡਿਪੋਜ਼ਿਟ ਕਰਨਾ ਪਏਗਾ ਤੁਹਾਨੂੰ। ਹੋਰ ਵੀ ਜੋ ਇਹਨਾਂ ਨੇ ਲਿਖਿਆ ਵਾ ਫੁੱਲਫਿਲਿੰਗ ਦੀ ਰਿਕੁਆਇਰਮੈਂਟਸ ਆਫ ਦੀ ਪ੍ਰੋਗਰਾਮ, ਜੋ ਵੀ ਇਹਦੀਆਂ ਰਿਕੁਆਇਰਮੈਂਟਸ ਨੇ ਤੁਹਾਨੂੰ ਫੁੱਲਫਿਲ ਕਰਨੀਆਂ ਪੈਣਗੀਆਂ। ਮੇਕ ਐਨ ਐਕਸਪਲੋਰੇਟਰੀ ਵਿਜ਼ਿਟ ਟੂ ਸਸਕੈਚੁਅਨ, you must stay in Saskatchewan for at least 10 days to conduct research through meetings with service professionals। ਉੱਥੋਂ ਦੇ ਜਿਹੜੇ ਸਰਵਿਸ ਪ੍ਰੋਫੈਸ਼ਨਲਸ ਹੈਗੇ ਨੇ ਸਸਕੈਚੁਅਨ ਦੇ ਵਿੱਚ, ਤੁਹਾਨੂੰ ਉਹਦੇ ਨਾਲ ਮੀਟਿੰਗ ਕਰਨੀਆਂ ਪੈ ਸਕਦੀਆਂ ਨੇ। ਉਹਦੇ ਲਈ ਤੁਹਾਡੀ 10 ਦਿਨ ਦੀ ਘੱਟ ਤੋਂ ਘੱਟ ਇੱਕ ਵਿਜ਼ਿਟ ਹੋਏਗੀ ਇੱਥੇ ਸਸਕੈਚੁਅਨ ਦੇ ਵਿੱਚ। ਅਕੰਪਨਿੰਗ ਫਾਰਮ ਐਮਪਲੋਈਜ਼, ਦੋਵਾਂ ਕੈਟਾਗਰੀਜ਼ ਦੇ ਵਿੱਚ, ਦੋਵੇਂ ਸਟਰੀਮਸ ਦੇ ਵਿੱਚ ਇੱਕ ਇਹ ਵੀ ਚੀਜ਼ ਹੈਗੀ ਆ ਵੀ ਜੇ ਤੁਸੀਂ ਕਿਸੇ ਐਮਪਲੋਈ ਨੂੰ ਤੁਸੀਂ ਉਹਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਹੋ ਜਾਂ ਉਹਨੂੰ ਬੁਲਾਉਣਾ ਚਾਹੁੰਦੇ ਹੋ, ਤੁਸੀਂ ਉਹ ਵੀ ਕਰ ਸਕਦੇ ਹੋ। ਉਹ ਵੀ ਕੰਡੀਸ਼ਨ ਇਹਦੇ 'ਚ ਦਿੱਤੀ ਹੋਈ ਹੈ ਜੀ। ਉਹ ਕਿਸ ਤਰੀਕੇ ਨਾਲ ਹੋਏਗਾ, ਯੂ ਮੇ ਕੁਆਲੀਫਾਈ ਅੰਡਰ ਦਾ ਇੰਟਰਨੈਸ਼ਨਲ ਸਕਿਲਡ ਵਰਕਰ। ਉਹ ਜਿਹੜਾ ਬੰਦਾ ਵਾ ਉਹ ਇੰਟਰਨੈਸ਼ਨਲ ਸਕਿਲਡ ਵਰਕਰ ਦੇ ਵਿੱਚ ਅਪਲਾਈ ਕਰੇਗਾ। ਐਮਪਲੋਇਮੈਂਟ ਆਫਰ ਸਬ ਕੈਟਾਗਰੀ, if you live outside of Canada or have a legal
ਪ੍ਰੂਫ ਆਫ ਲੀਗਲ ਸਟੇਟਸ ਇਨ ਕੈਨੇਡਾ। ਇਹ ਜਿਸ ਐਮਪਲੋਈ ਨੂੰ ਤੁਸੀਂ ਕੰਪਨੀ ਦੇਣੀ ਹੈ ਨਾਲ, ਇੱਥੇ ਉਸ ਪਰਸਨ ਦੀ ਗੱਲ ਹੋ ਰਹੀ ਆ ਲਿਵ, ਉਹ ਬੰਦਾ ਕੈਨੇਡਾ ਤੋਂ ਬਾਹਰ ਰਹਿਣਾ ਚਾਹੀਦਾ ਵਾ, ਜਿੱਥੇ ਵੀ ਰਹਿ ਰਿਹਾ ਉੱਥੋਂ ਦਾ ਲੀਗਲ ਸਟੇਟਸ ਹੋਣਾ ਚਾਹੀਦਾ ਵਾ, ਰਿਫਿਊਜੀ ਕਲੇਮੈਂਟ ਨਾ ਹੋਵੇ ਉਹ, ਪ੍ਰਿੰਸੀਪਲ ਐਪਲੀਕੈਂਟ, ਫੋਰ ਐਗਜ਼ਾਮਪਲ ਤੁਸੀਂ ਪ੍ਰਿੰਸੀਪਲ ਐਪਲੀਕੈਂਟ ਹੋ ਅੰਡਰ ਦਾ SINP ਫਾਰਮ ਕੈਟਾਗਰੀ ਹੈਜ਼ ਬੀਨ ਨੋਮੀਨੇਟਡ। ਤੁਸੀਂ ਜਿਹੜੀ ਇਹ ਕੈਟਾਗਰੀ ਹੈ ਫਾਰਮ ਓਨਰ ਐਂਡ ਆਪਰੇਟਰ ਦੇ ਤੁਸੀਂ ਨੋਮੀਨੇਟ ਹੋ ਚੁੱਕੇ ਹੋਵੋ, ਫਿਰ ਹੀ ਤੁਸੀਂ ਕਿਸੇ ਪਰਸਨ ਨੂੰ ਨਾਲ ਬੁਲਾ ਸਕਦੇ ਹੋ ਆਪਣੇ। ਉਸ ਪਰਸਨ ਦੇ ਮਿਨੀਮਮ 60 ਪੁਆਇੰਟ ਹੋਣੇ ਚਾਹੀਦੇ ਨੇ, ਜੋ ਵੀ ਅਸੈਸਮੈਂਟ ਗ੍ਰਿਡ ਹੈਗੀ ਆ ਪੁਆਇੰਟਸ ਦੀ ਸਸਕੈਚੁਅਨ ਦੀ, ਉਹਦੇ ਅਕੋਰਡਿੰਗਲੀ ਉਸ ਪਰਸਨ ਦੇ 60 ਪੁਆਇੰਟਸ ਹੋਣੇ ਚਾਹੀਦੇ ਨੇ। उस पर्सन को हैव एटलीस्ट 1 ईयर वर्क एक्सपीरियंस इन द पास्ट 10 ईयर्स, पिछले 10 सालों के जिसको 1 साल का एक्सपीरियंस होना चाहिए एज ए फार्म एम्पलॉई विद द नॉमीनेटेड प्रिंसीपल एप्लीकेंट। तुसी नॉमीनेट हो चुके हो, तुहाडे अंडर उस बंदे कोल, उस पर्सन कोल पिछले 10 सालों के 1 साल का फार्म वर्किंग का एक्सपीरियंस होना चाहिए वा। इस वास्ते CLB4 लैंग्वेज भी IELTS की रिक्वायर्ड वा। उस तो इलावा है कंप्लीटेड द SINP 1008 फॉर्म एंड प्रोवाइड ए वैलिड नॉमिनेशन सर्टिफिकेट नंबर फॉर द नॉमिनेटेड प्रिंसीपल एप्लीकेंट। तुहानू जो तुसी नॉमिनेट हो जाते हो, तुहानू एक नॉमिनेशन लैटर के उपर एक नॉमिनेशन नंबर होंदा वा। तुहाडा एम्पलॉई एक तो जिहड़ा एक फॉर्म है जी 100-8 वाला फॉर्म कंप्लीट करेगा, प्लस नाल दी नाल तुहाडा जिहड़ा एक नॉमिनेशन नंबर होएगा तुहाडी एप्लीकेशन के उपर, वो भी उहदे उपर मैंशन करेगा। अगे कह रहा है एन अकंपनिंग फार्म वर्कर एप्लीकेशन विल नॉट बी एक्सैप्टेड इफ द प्रिंसीपल एप्लीकेशन नॉमिनेशन सर्टिफिकेट इज एक्सपायर्ड। नॉमिनेशन सर्टिफिकेट जिहड़ा मेन प्रिंसीपल एप्लीकेंट नूं मिलेगा, वो एक एक्सपायरी टाइम होएगा। जेकर वो एक्सपायर्ड हो चुका है फिर अकंपनिंग जिहड़ा बंदे नूं तुसीं बुलाना चाहुंदे हो, जिहड़ा तुहानूं कंपनी कर रहा वा, जिन्होंने तुसीं कंपनी करवा रहे जे, ਉਹਦੀ ਜਿਹੜੀ ਐਪਲੀਕੇਸ਼ਨ ਐਕਸੈਪਟ ਨਹੀਂ ਹੋਏਗੀ। ਸਕਿਲਡ ਵਰਕਰ ਐਪਲੀਕੇਸ਼ਨ ਵਿਲ ਨਾਟ ਬੀ ਪ੍ਰੋਸੈਸਡ ਆਫਟਰ ਦਾ ਫਾਰਮ ਕੈਟਾਗਰੀ ਪ੍ਰਿੰਸੀਪਲ ਐਪਲੀਕੇਸ਼ਨ ਹੈਜ਼ ਬੀਨ ਅਪਰੂਵਡ ਐਂਡ ਰਿਸੀਵਡ ਐਂਡ SINP ਨੰਬਰ। ਦਾ ਸਕਿਲਡ ਵਰਕਰ ਐਪਲੀਕੇਸ਼ਨ ਵਿਲ ਓਨਲੀ ਬੀ, ਇਹ ਵਾਲੀ ਜਿਹੜੀ ਸਕਿਲਡ ਵਰਕਰ ਜਿਹੜਾ ਤੁਸੀਂ ਪਰਸਨ ਨਾਲ ਲੈ ਕੇ ਆਉਂਗੇ, ਉਹਦੀ ਐਪਲੀਕੇਸ਼ਨ ਤਾਂ ਹੀ ਪ੍ਰੋਸੈਸ ਹੋਏਗੀ ਜੇਕਰ ਤੁਸੀਂ ਅਪਰੂਵਡ ਹੋ ਚੁੱਕੇ ਹੋ, ਤੁਸੀਂ ਨੋਮੀਨੇਸ਼ਨ ਨੰਬਰ ਤੁਹਾਨੂੰ ਮਿਲ ਚੁੱਕਾ ਵਾ। ਤਾਂ ਪ੍ਰੋਗਰਾਮ ਕ੍ਰਾਈਟੀਰੀਆ ਕੈਨ ਚੇਂਜ ਐਟ ਐਨੀ ਟਾਈਮ, ਕਿਸੇ ਵੀ ਟਾਈਮ 'ਤੇ ਇਹ ਪ੍ਰੋਗਰਾਮ ਕ੍ਰਾਈਟੀਰੀਆ ਚੇਂਜ ਹੋ ਸਕਦਾ ਵਾ। एप्लीकेशन विल बी assessed against criteria and requirement, जो उस समय का क्राइटेरिया एंड रिक्वायरमेंट्स होंगे वो अकॉर्डिंगली चलेगा। अगो कह रहे हैं हाउ टू अप्लाई बोथ कैटेगरी स्ट्रीम। यू मस्ट सबमिट ऑल द डॉक्यूमेंट लिस्टेड इन द SINP फार्म कैटेगरी एप्लीकेशन डॉक्यूमेंट चैकलिस्ट। यूज द चैकलिस्ट टू प्रिपेयर योर एप्लीकेशन। तुहानूं चैकलिस्ट देखनी पेगी की उहदे च रिक्वायर्ड आ, वो चीज़ां तुहानूं सबमिट करनियां पैणगीआं। इफ यू लिव इन और अ सिटीजन ऑफ अ कंट्री इन द कंट्री स्पैसिफिक चैकलिस्ट, हर कंट्री दे लई हो सकता कोई वक्री स्पैसिफिक चैकलिस्ट होवे। मेक श्योर यू इनकलूड द डॉक्यूमेंट्स रिक्वायर्ड फॉर दिस कंट्री इन द एप्लीकेशन। हो सकता वा किसी कंट्री को कुछ डॉक्यूमेंट्स मंगे हैं, कितों कुछ डॉक्यूमेंट्स मंगे हैं, वो चैकलिस्ट देखनी पेगी भी वो वास्ते कोई वक्रे डॉक्यूमेंट नहीं साढ़े को मंगे जा रहे। इफ दे आर आस्किंग फॉर दैट, कुछ वक्रे डॉक्यूमेंट्स मंग रहे हैं, वो अवेलेबल करने पैणगे। इफ यू डू नॉट, योर एप्लीकेशन कैन नॉट बी एक्सैप्टेड। जे तुसीं वो डॉक्यूमेंट नहीं लैके आउंदे, तुहाडी जिहड़ी एप्लीकेशन आ वो एक्सैप्ट नहीं होएगी प्रोसैसिंग वास्ते। डॉक्यूमेंट ट्रांसलेट भी करने पैणगे। ऑल डॉक्यूमेंट मस्ट बी इन इंग्लिश और फ्रेंच इफ दे आर इन अनदर लैंग्वेज। जेकर तुहाडे जिहड़े डॉक्यूमेंट्स किसी होर लैंग्वेज दे विच अपार्ट फ्रॉम द फ्रेंच एंड इंग्लिश, उन्हां नूं ट्रांसलेट भी करना पेगा। उन्हां डॉक्यूमेंट दी तुहानूं फोटो कॉपी ऑफ द ओरिजिनल डॉक्यूमेंट तुहानूं सबमिट करनी पेगी। सॉरी, तुहानूं फोटो कॉपी ऑफ ट्रांसलेशन दी, ट्रांसलेटर एफीडेविट दैट डिस्क्राइब द एबिलिटी ऑफ द ट्रांसलेटर। उस ट्रांसलेटर का भी एक एफीडेविट देना पेगा जिहदे विच उस दियां एबिलिटीज़ मैंशन होण ट्रांसलेटर दियां। दैट मीनस कि एक रजिस्टर्ड ट्रांसलेटर होना चाहिए पर्सन हो। ट्रांसलेटर कैन बी डन बाय एनीवन, किसी द्वारा भी ट्रांसलेशन की जा सकती है। तुहाडे घरदिਆਂ ਨੂੰ ਛੱਡ ਕੇ ਜਿਹੜਾ फैमिली मैंबर तुसीं लैके जाना वा, जां तुसीं तुहाडे वाइफ जां तुहाडे हस्बैंड ਨੂੰ जां तुसीं ਜਿਹੜਾ फैमिली मैंबर लैके जाना वा, जां तुसीं जिस एजेंट को फाइल लगाई आ, अ पेड थर्ड पार्टी दैट हैज़ प्रिपेयर्ड योर एप्लीकेशन टू द SINP। जिस एजेंट ने तुहाडी फाइल तैयार की है उस दे थ्रू
ਵੀ ਇਹ ਨਹੀਂ ਹੋਣੀ ਚਾਹੀਦੀ। ਸਮ ਕੈਨੇਡੀਅਨ ਵੀਜ਼ਾ ਆਫਿਸਿਸ ਆਸਕ ਦਾ ਡਾਕੂਮੈਂਟਸ ਆਰ ਟ੍ਰਾਂਸਲੇਟਡ ਬਾਈ ਦ ਸਰਟੀਫਾਈਡ, ਯੈਸ ਸਰਟੀਫਾਈਡ ਟ੍ਰਾਂਸਲੇਟਰ ਹੋਣਾ ਚਾਹੀਦਾ ਵਾ। SINP ਡਜ਼ ਨਾਟ ਆਸਕ ਫॉर ਦਿਸ ਬਟ योर ट्रांसलेटेड डॉक्यूमेंट मस्ट मीट ऑल फैडरल रिक्वायरमेंट्स। SINP ਇਸ ਚੀਜ਼ ਨੂੰ ਨਹੀਂ ਮੰਗਦਾ ਕਿ ਉਹ ਸਰਟੀਫਾਈਡ ਟ੍ਰਾਂਸਲੇਟਰ ਹੋਵੇ, ਬਟ ਫੈਡਰਲ ਗਵਰਨਮੈਂਟ ਦੀ ਰਿਕੁਆਇਰਮੈਂਟ ਹੋ ਸਕਦੀ ਆ। ਹੂ ਟੂ ਇਨਕਲੂਡ ਯੂਰ ਐਪਲੀਕੇਸ਼ਨ, ਤੁਸੀਂ ਐਪਲੀਕੇਸ਼ਨ ਦੇ ਵਿੱਚ ਕਿਸ ਨੂੰ ਨਾਲ ਲੈ ਕੇ ਜਾ ਸਕਦੇ ਹੋ। ਤੁਸੀਂ ਆਪਣੇ ਸਪਾਊਸ ਨੂੰ ਨਾਲ ਲੈ ਕੇ ਜਾ ਸਕਦੇ ਹੋ, ਤੁਸੀਂ ਕਾਮਨ ਲੋ ਪਾਰਟਨਰ ਨੂੰ ਨਾਲ ਲੈ ਕੇ ਜਾ ਸਕਦੇ ਹੋ, ਤੁਹਾਡੇ ਚਿਲਡਰਨ ਨੇ ਜਿਹੜੇ ਤੁਹਾਡੇ ਉੱਪਰ ਡਿਪੈਂਡ ਕਰਦੇ ਨੇ ਉਹਨਾਂ ਨੂੰ ਲੈ ਕੇ ਜਾ ਸਕਦੇ ਹੋ। ਤੁਸੀਂ ਐਮਪਲੋਈ ਨੂੰ ਐਨ ਐਮਪਲੋਈ ਇਨ ਯੂਰ ਕਰੰਟ ਫਾਰਮਿੰਗ ਆਪਰੇਸ਼ਨ, ਤੁਸੀਂ ਫੋਰ ਐਗਜ਼ਾਮਪਲ ਇੰਡੀਆ ਦੇ ਵਿੱਚ ਕੋਈ ਫਾਰਮਿੰਗ ਤੁਸੀਂ ਆਪਰੇਸ਼ਨ ਚਲਾ ਰਹੇ ਹੋ, ਉਹਦੇ 'ਚ ਕੋਈ ਇੰਪਲੋਈਜ਼ ਨੇ, ਤੁਸੀਂ ਉਹਨਾਂ ਨੂੰ ਵੀ ਲੈ ਕੇ ਜਾ ਸਕਦੇ ਹੋ। ਐਮਪਲੋਈ ਮਸਟ ਸਬਮਿਟ ਦੇਅਰ, ਉਹ ਐਮਪਲੋਈ ਤੁਹਾਡਾ ਸਕਿਲਡ ਵਰਕਰ ਦੀ ਐਪਲੀਕੇਸ਼ਨ ਨੂੰ ਸਕਿਲਡ ਵਰਕਰ ਦੀ ਐਪਲੀਕੇਸ਼ਨ ਆਪਣੀ ਸਬਮਿਟ ਕਰੇਗਾ। ਸਕਿਲਡ ਵਰਕਰ ਐਪਲੀਕੇਸ਼ਨ ਕੈਨ ਬੀ ਪਾਰਟ ਆਫ ਦਾ ਫਾਰਮ ਕੈਟੇਗਰੀ ਐਪਲੀਕੇਸ਼ਨ। ਸਕਿਲਡ ਵਰਕਰ ਦੀ ਐਪਲੀਕੇਸ਼ਨ ਵੀ ਉਹ ਕਹਿ ਰਹੇ ਨੇ ਕਿ ਫਾਰਮ ਕੈਟੇਗਰੀ ਐਪਲੀਕੇਸ਼ਨ ਦਾ ਪਾਰਟ ਹੋ ਸਕਦੀ ਆ। ਯੂ ਐਜ਼ ਏ ਪ੍ਰਿੰਸੀਪਲ ਐਪਲੀਕੈਂਟ ਆਫ ਦਾ ਫਾਰਮ ਕੈਟੇਗਰੀ ਮਸਟ ਪ੍ਰੋਵਾਈਡ ਏ ਲੈਟਰ ਆਫ ਆਫਰ ਟੂ ਦਾ, ਤੁਸੀਂ ਆਪਣੇ ਜਿਹੜਾ ਤੁਸੀਂ ਐਮਪਲੋਈ ਨੂੰ ਨਾਲ ਲੈ ਕੇ ਆਉਣਾ ਚਾਹੁੰਦੇ ਹੋ ਉਸ ਨੂੰ ਤੁਸੀਂ ਇੱਕ ਆਫਰ ਲੈਟਰ ਤੁਸੀਂ ਆਪਣੇ ਵੱਲੋਂ ਦਿਓਗੇ। ਨੈਟ ਵਰਥ ਵੈਲੂਏਸ਼ਨ, ਥਰਡ ਪਾਰਟੀ ਫਾਈਨੈਂਸ਼ੀਅਲ ਸਰਵਿਸ ਪ੍ਰੋਵਾਈਡਰ, ਅੱਗੋਂ ਇਹ ਕਹਿ ਰਹੇ ਨੇ ਵੀ ਜਿਹੜਾ SINP ਸਕੈਚਮੈਨ ਯੂਜ਼ਸ ਟੂ ਥਰਡ ਪਾਰਟੀ ਫਾਈਨੈਂਸ਼ੀਅਲ ਸਰਵਿਸ ਪ੍ਰੋਵਾਈਡਰਸ ਟੂ ਸੈਸ ਦ ਨੈਟ ਵਰਥ ਐਂਡ ਲੀਗਲ ਕਮੂਲੇਸ਼ਨ ਆਫ ਨੈਟ ਵਰਥ ਆਫ ਦੀ ਐਪਲੀਕੈਂਟਸ। ਤੁਹਾਡੀ ਜੋ ਵੀ ਤੁਹਾਡੇ ਕੋਲ ਲੀਗਲ ਅਕਮੂਲੇਸ਼ਨ ਹੈ, ਜੋ ਤੁਹਾਡੀ ਨੈਟ ਵਰਥ ਆ, ਉਹਦੇ ਲਈ ਥਰਡ ਪਾਰਟੀਜ਼ ਫਾਈਨੈਂਸ਼ੀਅਲ ਸਰਵਿਸ ਪ੍ਰੋਵਾਈਡਰ ਯੂਜ਼ ਕੀਤੇ ਜਾ ਸਕਦੇ ਨੇ ਉਹਨਾਂ ਨੂੰ ਵੈਰੀਫਾਈ ਕਰਨ ਵਾਸਤੇ। ਫॉर दैट you need to submit all the document listed on the third party document checklist। ਥਰਡ ਪਾਰਟੀ ਡਾਕੂਮੈਂਟ ਚੈੱਕਲਿਸਟ ਵੀ ਕੋਈ ਹੁੰਦੀ ਹੈ ਜਿਹਦੇ ਵਿੱਚ ਤੁਹਾਨੂੰ ਦੱਸੇ ਜਾਂਦੇ ਐ ਤੁਸੀਂ ਡਾਕੂਮੈਂਟ ਤੁਸੀਂ ਆਪਣੇ ਅਵੇਲੇਬਲ ਕਰਨੇ ਨੇ ਅਲੋਂਗ ਵਿਦ ਯੂਰ ਫਾਈਲ ਨੰਬਰ। ਫਾਈਲ ਨੰਬਰ ਤੁਹਾਡਾ ਕੀ ਹੈ ਟੂ ਵਨ ਆਫ ਦ ਥਰਡ ਪਾਰਟੀ ਪ੍ਰੋਵਾਈਡਰਸ ਲਿਸਟਡ ਅਬਵ। ਮੇਕ ਸ਼ੋਰ ਜੋ ਵੀ ਤੁਸੀਂ ਇਨਫੋਰਮੇਸ਼ਨ ਜਾਂ ਪ੍ਰੋਪਰਟੀ ਡਾਕੂਮੈਂਟ ਬੈਂਕ ਅਕਾਊਂਟ ਜੋ ਵੀ ਦੇ ਰਹੇ ਹੋ ਸਾਰੀ ਇਨਫੋਰਮੇਸ਼ਨ ਕਰੈਕਟ ਹੋਣੀ ਚਾਹੀਦੀ ਆ। ਵੰਸ ਯੂਰ ਅਸੈਸਮੈਂਟ ਇਜ਼ ਕੰਪਲੀਟ ਯੂ ਵਿਲ ਗੈਟ ਦੀ ਰਿਪੋਰਟ ਫਰੋਮ ਦੀ ਸਰਵਿਸ ਪ੍ਰੋਵਾਈਡਰ। ਜਿਨ੍ਹਾਂ ਨੇ ਤੁਹਾਡੀ ਰਿਪੋਰਟ ਨੂੰ ਅਸੈਸ ਕੀਤਾ ਤੁਸੀਂ ਉਹਨਾਂ ਵੱਲੋਂ ਜਦੋਂ ਤੁਹਾਡੀ ਅਸੈਸਮੈਂਟ ਕੰਪਲੀਟ ਹੋਗੀ ਤੁਹਾਨੂੰ ਇੱਕ ਰਿਪੋਰਟ ਵੀ ਮਿਲੇਗੀ। ਟੂ ਕੰਪਲੀਟ ਦਾ ਐਪਲੀਕੇਸ਼ਨ ਸਬਮਿਟ ਦੀ ਰਿਪੋਰਟ ਬਾਈ ਈਮੇਲ ਟੂ, ਇਸ ਈਮੇਲ ਦੇ ਉੱਪਰ ਤੁਸੀਂ ਆਪਣੀ ਰਿਪੋਰਟ ਸਬਮਿਟ ਕਰਨੀ ਆ ਜਦੋਂ ਤੁਹਾਨੂੰ ਮਿਲ ਗਈ ਰਿਪੋਰਟ। ਬੀ ਸ਼ੋਰ ਟੂ ਸੈਂਡ ਯੂਰ ਫਾਈਨਲ ਰਿਪੋਰਟ ਬਾਈ ਦਾ ਡੈਡਲਾਈਨ, ਕੋਈ ਇੱਕ ਡੈਡਲਾਈਨ ਵੀ ਤੁਹਾਨੂੰ ਦਿੱਤੀ ਜਾਏਗੀ, ਉਸ ਡੈਡਲਾਈਨ ਤੋਂ ਪਹਿਲਾਂ ਤੁਸੀਂ ਆਪਣੀ ਰਿਪੋਰਟ ਨੂੰ ਸਬਮਿਟ ਕਰਨਾ ਹੈ। ਡਾਕੂਮੈਂਟਸ ਦੇ ਵਾਸਤੇ ਉਹ ਗੱਲ ਕਰ ਰਹੇ ਨੇ ਪਾਸਪੋਰਟ ਸੈਂਡ ਫੋਟੋਕਾਪੀਜ਼ ਆਫ ਆਲ ਪਾਸਪੋਰਟ ਫॉर ਯੂ ਐਂਡ ਆਲ ਫੈਮਿਲੀ ਮੈਂਬਰਸ ਦੈਟ ਵਿਲ ਬੀ ਕਮਿੰਗ ਵਿਦ ਯੂ। ਜਿਹੜੇ ਫੈਮਿਲੀ ਮੈਂਬਰ ਤੁਹਾਡੇ ਨਾਲ ਆ ਰਹੇ ਨੇ ਉਹਨਾਂ ਦੀਆਂ ਤੁਹਾਨੂੰ ਫੋਟੋਕਾਪੀਜ਼ ਪਾਸਪੋਰਟ ਦੀਆਂ ਸੈਂਡ ਕਰਨੀਆਂ ਪੈਣਗੀਆਂ। ਈਚ ਫੋਟੋਕਾਪੀ ਮਸਟ ਇਨਕਲੂਡ ਕੀ ਇਨਕਲੂਡ ਕਰੇਗੀ ਉਹ ਕੀ ਹੋਣਾ ਚਾਹੀਦਾ ਪਾਸਪੋਰਟ ਦੇ ਵਿੱਚ, ਪਾਸਪੋਰਟ ਨੰਬਰ, ਉਹਦੀ ਐਕਸਪਾਇਰੀ, ਉਹਦੀ ਇਸ਼ੂਅੰਸ ਡੇਟ ਹੋਣੀ ਚਾਹੀਦੀ ਆ, ਦਾ ਬਾਇਓਡਾਟਾ ਪੇਜ ਸ਼ੋਇੰਗ ਦਾ ਫੋਟੋਗ੍ਰਾਫ, ਨੇਮ ਡੇਟ ਐਂਡ ਪਲੇਸ ਆਫ ਬਰਥ। ਇਹ ਚੀਜ਼ਾਂ ਵਾਲਾ ਆਪਾਂ ਪੇਪਰ ਵੀ ਸੈਂਡ ਕਰਨਾ, ਪੇਜ ਵੀ ਸੈਂਡ ਕਰਨਾ ਵਾ ਪਾਸਪੋਰਟ ਦਾ। ਅਤੇ ਜੇਕਰ ਤੁਸੀਂ ਕਿਤੇ ਹੋਰ ਗਏ ਸੀਗੇ, ਕਿਤੋਂ ਹੋਰ ਆਏ ਸੀਗੇ, ਉਹਦੀਆਂ ਵੀ ਐਗਜ਼ਿਟ ਦੀਆਂ ਜਾਂ ਅਰਾਈਵਲ ਦੀਆਂ ਜੋ ਵੀ ਐਂਟਰੀਜ਼ ਹੋਣਗੀਆਂ ਉਹ ਵੀ ਤੁਸੀਂ ਸਟੈਂਪਸ ਲੱਗੀਆਂ ਹੋਣਗੀਆਂ ਉਹ ਵੀ ਸ਼ੋ ਕਰਨੀਆਂ ਪੈਣਗੀਆਂ। ਇਫ ਯੂ ਡੂ ਨੋਟ ਸਬਮਿਟ ਕੰਪਲੀਟ ਪਾਸਪੋਰਟ ਡਾਕੂਮੈਂਟਸ ਯੂਰ ਐਪਲੀਕੇਸ਼ਨ ਵਿਲ ਬੀ ਰਿਟਰਨ ਟੂ ਯੂ। ਤੁਹਾਡੀ ਜੇ ਤੁਸੀਂ ਡਾਕੂਮੈਂਟਸ ਸਾਰੇ ਕੰਪਲੀਟ ਨਹੀਂ ਦਿੰਦੇ ਤੁਹਾਡੀ ਜਿਹੜੀ ਐਪਲੀਕੇਸ਼ਨ ਆ ਵਾਪਸ ਕਰ ਦਿੱਤੀ ਜਾਏਗੀ। ਅਪਲਾਈ ਬੋਥ ਕੈਟਾਗਰੀਜ਼, ਇਹਨਾਂ ਦੋਵਾਂ ਸਟਰੀਮਸ ਨੂੰ, ਇੱਕ ਯੰਗ ਫਾਰਮਰ ਵਾਸਤੇ, ਇੱਕ ਫਾਰਮ ਓਨਰ ਐਂਡ ਓਪਰੇਟਰ ਵਾਸਤੇ ਤੁਸੀਂ ਜੇਕਰ ਸਬਮਿਟ ਕਰਨੀ ਹੈ ਐਪਲੀਕੇਸ਼ਨ, ਤੁਸੀਂ ਆਪਣੀ ਅਪਲਾਈ ਕਰਨੀ ਹੈ ਉਸ ਦੀ ਅਪਲਾਈ ਵਾਸਤੇ ਤੁਹਾਨੂੰ ਇਸ ਮੇਲ ਦੇ ਉੱਪਰ ਮੇਲ ਕਰਨੀ ਪਏਗੀ sask@entrepreneur@government.sk.ca। Further it says provide an up-to-date email address that can be used to communicate with SINP officers for faster processing times। ਤੁਹਾਡੀ ਈਮੇਲ ਆਈਡੀ ਜਿਹੜੀ ਹੋਣੀ ਚਾਹੀਦੀ ਆ ਉਹ ਇੱਕ ਤੁਸੀਂ ਅਪ ਟੂ ਡੇਟ ਈਮੇਲ ਆਈਡੀ ਜ਼ਰੂਰ ਦਿਓ ਜਿਹੜੀ ਤੁਸੀਂ ਰੈਗੂਲਰਲੀ ਯੂਜ਼ ਕਰਦੇ ਜੇਕਰ ਉਹਦੇ ਉੱਪਰ ਕੋਈ ਨੋਟੀਫਿਕੇਸ਼ਨ ਦਾ ਤੁਹਾਨੂੰ ਪਤਾ ਲੱਗ ਸਕਦਾ ਹੋਵੇ, ਸੋ ਦੈਟ ਜਿਹੜੀ ਵੀ ਤੁਸੀਂ ਆਪਣੀ ਐਪਲੀਕੇਸ਼ਨ ਸਬਮਿਟ ਕਰਦੇ ਹੋ ਉਹਨੂੰ ਫਾਸਟ ਪ੍ਰੋਸੈਸ ਕੀਤਾ ਜਾਵੇ। ਫਰਦਰ ਇਟ ਸੇਜ਼ ਦੈਟ SINP ਐਪਲੀਕੇਸ਼ਨ ਰਿਵਿਊ ਐਂਡ ਅਸੈਸਮੈਂਟ ਪ੍ਰੋਸੈਸ, ਰਿਵਿਊ ਵੀ ਹੋਏਗਾ, ਅਸੈਸਮੈਂਟ ਵੀ ਹੋਏਗੀ ਉਸ ਦੇ ਵਿੱਚ। ਵੰਸ ਵੀ ਹੈਵ ਯੂਰ ਐਪਲੀਕੇਸ਼ਨ, ਸਸਕੈਚੁਅਨ ਕਹਿ ਰਿਹਾ ਵੀ ਜਦੋਂ ਮੇਰੇ ਕੋਲ ਤੁਹਾਡੀ ਐਪਲੀਕੇਸ਼ਨ ਹੋਵੇਗੀ ਯੂ ਵਿਲ ਗੈਟ ਅ ਲੈਟਰ ਆਫ ਰਿਸਿਪਟ ਐਂਡ ਫਾਈਲ ਨੰਬਰ। ਤੁਹਾਨੂੰ ਉਹਦੀ ਸਸਕੈਚੁਅਨ ਵੱਲੋਂ ਵੀ ਤੁਹਾਡੀ ਜਿਹੜੀ ਐਪਲੀਕੇਸ਼ਨ ਰਿਸੀਵ ਹੋਗੀ ਉਹਦਾ ਫਾਈਲ ਨੰਬਰ ਵੀ ਦਿੱਤਾ ਜਾਏਗਾ। ਯੂ ਵਿਲ ਬੀ ਏਬਲ ਟੂ ਯੂਜ਼ ਦਿਸ ਲੈਟਰ ਆਫ ਰਿਸਿਪਟ ਟੂ ਰਿਟੇਨ ਵਨ ਆਫ ਦਾ ਥਰਡ ਪਾਰਟੀ ਫਾਈਨੈਂਸ਼ੀਅਲ ਸਰਵਿਸ ਪ੍ਰੋਵਾਈਡਰ। ਤੁਸੀਂ ਇਹ ਵਾਲਾ ਫਾਈਲ ਨੰਬਰ ਤੁਸੀਂ ਜਿਹੜੇ ਤੁਹਾਡੀ ਫਾਈਨੈਂਸ਼ੀਅਲ ਸਰਵਿਸ ਪ੍ਰੋਵਾਈਡਰ ਹੋਣਗੇ ਜਿਹੜੇ ਕਿ ਤੁਹਾਡੀਆਂ ਫਾਈਨੈਂਸਿਸ ਨੂੰ ਅਸੈਸ ਕਰਨਗੇ ਉਹਨਾਂ ਨੂੰ
ਤੁਸੀਂ ਦੇਣਾ ਹੈ ਇਹ ਵਾਲਾ। ਪ੍ਰੀ ਸਕਰੀਨਿੰਗ ਦੀ ਗੱਲ ਕਰ ਰਹੇ, ਯੂਰ ਐਪਲੀਕੇਸ਼ਨ ਵਿਲ ਬੀ ਸਕੈਨ ਫॉर ਦੀ screen for the completeness. Only applications that are complete and have a third party financial verification report will be accepted. ਜਿਹੜੀਆਂ ਫਾਈਲਸ ਕੰਪਲੀਟ ਹੋਣਗੀਆਂ, ਜਿਨ੍ਹਾਂ ਦੀ ਫਾਈਲ ਦੀ ਇੱਕ ਥਰਡ ਪਾਰਟੀ ਫਾਈਨੈਂਸ਼ੀਅਲ ਵੈਰੀਫਿਕੇਸ਼ਨ ਹੋਏਗੀ, ਸਿਰਫ ਉਹੀ ਫਾਈਲਾਂ ਜਿਹੜੀਆਂ ਵਾ ਉਹ ਐਕਸੈਪਟ ਕੀਤੀਆਂ ਜਾਣਗੀਆਂ। ਫਰਦਰ ਇਟ ਸੇਜ਼ ਇਫ ਯੂਰ ਐਪਲੀਕੇਸ਼ਨ ਇਜ਼ ਕੰਸੀਡਰਡ ਕੰਪਲੀਟ ਯੂ ਵਿਲ ਬੀ ਸੈਂਟ ਐਨ ਐਕਸੈਪਟੈਂਸ ਆਫ ਐਪਲੀਕੇਸ਼ਨ। ਤੁਹਾਡੀ ਜਦੋਂ ਫਾਈਲ ਪੂਰੀ ਕੰਪਲੀਟ ਹੋਈ, ਜੋ ਡਾਕੂਮੈਂਟਸ ਨੇ ਤੁਸੀਂ ਉਹ ਤੁਸੀਂ ਰੈਡੀ ਕਰ ਦਿੱਤੇ, ਤੁਹਾਡੀ ਜੇਕਰ ਫਾਈਲ ਉਸ ਤੋਂ ਬਾਅਦ ਕੰਪਲੀਟ ਹੈ, ਤੁਹਾਨੂੰ ਇੱਕ ਐਕਸੈਪਟੈਂਸ ਆਫ ਐਪਲੀਕੇਸ਼ਨ ਐਂਡ ਯੂ ਵਿਲ ਬੀ ਸੈਂਟ ਐਨ ਐਕਸੈਪਟੈਂਸ ਆਫ ਐਪਲੀਕੇਸ਼ਨ। ਤੁਹਾਡੀ ਫਾਈਲ ਐਕਸੈਪਟੈਂਸ ਦੀ ਤੁਹਾਨੂੰ ਮੇਲ ਕਰ ਦਿੱਤੀ ਜਾਏਗੀ ਐਂਡ ਰਿਕੁਐਸਟ ਫॉर ਪ੍ਰੋਸੈਸਿੰਗ ਫੀ ਲੈਟਰ, ਨਾਲ ਇੱਕ ਪ੍ਰੋਸੈਸਿੰਗ ਫੀਸ ਦੀ ਲੈਟਰ ਲੱਗੀ ਹੋਏਗੀ। ਦਿਸ ਲੈਟਰ ਵਿਲ ਟੈਲ ਯੂ ਹਾਊ ਟੂ ਮੇਕ $2,500 ਕੈਨੇਡੀਅਨ ਡਾਲਰ। ਦੱਸਿਆ ਜਾਏਗਾ ਕਿ ਕਿਸ ਤਰੀਕੇ ਨਾਲ ਤੁਸੀਂ ਇਹ ਪ੍ਰੋਸੈਸਿੰਗ ਫੀਸ ਪੇ ਕਰਨੀ ਹੈ। ਇਫ ਯੂਰ ਐਪਲੀਕੇਸ਼ਨ ਇਜ਼ ਕੰਸੀਡਰਡ ਇਨਕੰਪਲੀਟ ਯੂ ਵਿਲ ਬੀ ਸੈਂਟ ਏ ਰਿਟਰਨ ਆਫ ਇਨਕੰਪਲੀਟ ਐਪਲੀਕੇਸ਼ਨ। ਜੇ ਤੁਹਾਡੀ ਐਪਲੀਕੇਸ਼ਨ ਕੰਪਲੀਟ ਨਹੀਂ ਹੈ, ਤੁਹਾਨੂੰ ਉਸ ਦੀ ਮੇਲ ਕਰ ਦਿੱਤੀ ਜਾਵੇਗੀ। ਦੱਸ ਵੀ ਦਿੱਤਾ ਜਾਵੇਗਾ ਕਿ ਕੀ ਉਹਦੇ 'ਚ ਪੈਂਡਿੰਗ ਆ, ਤੁਸੀਂ ਉਹ ਡਾਕੂਮੈਂਟਸ ਤੁਸੀਂ ਅਰੇਂਜ ਕਰਵਾਉਣੇ ਨੇ। ਐਪਲੀਕੇਸ਼ਨ ਪ੍ਰੋਸੈਸਿੰਗ ਫੀਸ, ਵਨਸ ਯੂ ਹੈਵ ਪੇਡ ਦੀ ਐਪਲੀਕੇਸ਼ਨ ਫੀ ਜਿਹੜੀ 2,500 ਕੈਨੇਡੀਅਨ ਡਾਲਰ ਨੇ, ਜਦੋਂ ਤੁਸੀਂ ਉਹ ਪੇ ਕਰ ਦਿੱਤੀ, ਯੂਰ ਐਪਲੀਕੇਸ਼ਨ ਵਿਲ ਬੀ ਐਕਸੈਪਟਡ ਫॉर ਦੀ ਅਸੈਸਮੈਂਟ। ਫਰਦਰ ਅਸੈਸਮੈਂਟ ਹੋਏਗੀ, ਵੀ ਵਿਲ ਅੱਗੋਂ ਕਹਿ ਰਹੇ ਨੇ ਵੀ ਵਿਲ ਅਵੈਲੂਏਟ ਯੂਰ ਐਪਲੀਕੇਸ਼ਨ ਯੂਜ਼ਿੰਗ ਦਾ ਐਲੀਜੀਬਿਲਟੀ ਕ੍ਰਾਈਟੀਰੀਆ। ਜੋ ਐਲੀਜੀਬਿਲਟੀ ਹੈ ਫਿਰ ਉਹ ਦੇਖੀ ਜਾਏਗੀ ਕਿ ਵਾਕਈ ਹੀ ਤੁਸੀਂ ਜੋ ਇਸ ਪ੍ਰੋਗਰਾਮਸ ਦੀਆਂ ਸਟਰੀਮਸ ਦੀਆਂ ਐਲੀਜੀਬਿਲਟੀਜ਼ ਨੇ ਤੁਸੀਂ ਉਹਨੂੰ ਮੀਟ ਕਰ ਰਹੇ ਹੋ। ਅੱਗੋਂ ਕਹਿ ਰਹੇ ਨੇ ਇਫ ਵੀ ਨੀਡ ਮੋਰ ਡਾਕੂਮੈਂਟੇਸ਼ਨ ਵੀ ਮੇ ਆਸਕ ਫॉर ਇਨਫੋਰਮੇਸ਼ਨ। ਜਦੋਂ ਕੁਝ ਹੋਰ ਡਾਕੂਮੈਂਟਸ ਦੀ ਲੋੜ ਹੁੰਦੀ ਹੈ, ਤੁਹਾਨੂੰ ਅੱਗੋਂ ਮੰਗ ਸਕਦੇ ਨੇ। ਇਫ ਵੀ ਡੂ ਨਾਟ ਗੈਟ ਦੀ ਡਾਕੂਮੈਂਟੇਸ਼ਨ ਵੀ ਆਸਕ ਫॉर ਯੂਰ ਐਪਲੀਕੇਸ਼ਨ ਮੇ ਬੀ ਕਲੋਜ਼। ਜੇਕਰ ਤੁਸੀਂ ਜੋ ਡਾਕੂਮੈਂਟ ਮੰਗੇ ਗਏ ਨੇ, ਜੇਕਰ ਤੁਸੀਂ ਨਹੀਂ ਦਿੰਦੇ, ਤੁਹਾਡੀ ਐਪਲੀਕੇਸ਼ਨ ਕਲੋਜ਼ ਕਰ ਦਿੱਤੀ ਜਾਵੇਗੀ। ਇਫ ਵੀ ਨੀਡ ਮੋਰ ਇਨਫੋਰਮੇਸ਼ਨ ਔਰ ਕਲੈਰੀਫਿਕੇਸ਼ਨ, ਕੁਛ ਵੀ ਇਨਫੋਰਮੇਸ਼ਨ ਜਾਂ ਕੋਈ ਕਲੈਰੀਫਿਕੇਸ਼ਨ ਦੀ ਜੇਕਰ ਉਹਨਾਂ ਨੂੰ ਜ਼ਰੂਰਤ ਹੈ, ਉਹ ਤੁਹਾਨੂੰ ਇੰਟਰਵਿਊ ਲਈ ਵੀ ਕਹਿ ਸਕਦੇ ਨੇ। ਜੇਕਰ ਫੇਸ ਟੂ ਫੇਸ ਇੰਟਰਵਿਊ ਪੋਸੀਬਲ ਨਹੀਂ ਹੋਵੇਗੀ, ਕੁਛ ਹੋਰ ਅਰੇਂਜਮੈਂਟ ਉਹਦੇ ਵਾਸਤੇ ਕੀਤੇ ਜਾਣਗੇ। ਫੋਰ ਐਗਜ਼ਾਮਪਲ ਜਿਵੇਂ ਸਕਾਈਪ ਦੇ ਉੱਪਰ ਇੰਟਰਵਿਊ ਹੋ ਸਕਦੀ ਹੈ ਤੁਹਾਡੀ, ਜ਼ੂਮ ਕਾਲ ਦੇ ਉੱਪਰ ਵੀ ਗੱਲ ਕੀਤੀ ਜਾ ਸਕਦੀ ਹੈ। ਫਰਦਰ ਇਟ ਸੇਜ਼ ਫੋਲੋਇੰਗ ਦਾ ਰਿਵਿਊ ਐਂਡ ਐਵੈਲੂਏਸ਼ਨ ਪ੍ਰੋਸੈਸ ਵੀ ਵਿਲ ਲੈਟ ਯੂ ਨੋ ਦਾ ਆਊਟਕਮ। ਜੋ ਵੀ ਤੁਹਾਡਾ ਰਿਵਿਊ ਜਾਂ ਐਵੈਲੂਏਸ਼ਨ ਦਾ ਪ੍ਰੋਸੈਸ ਜੋ ਵੀ ਹੋਏਗਾ, ਉਹਦਾ ਜੋ ਆਊਟਕਮ ਆਇਆ ਹੋਏਗਾ, ਜੋ ਰਿਜ਼ਲਟ ਆਇਆ ਹੋਏਗਾ, ਉਹ ਤੁਹਾਨੂੰ ਦੱਸ ਦਿੱਤਾ ਜਾਏਗਾ। ਫੋਲੋਇੰਗ ਦਾ ਰਿਵਿਊ ਐਂਡ ਐਵੈਲੂਏਸ਼ਨ ਪ੍ਰੋਸੈਸ ਵਿਲ ਲੈਟ ਯੂ ਨੋ ਦਾ ਆਊਟਕਮ। ਜੋ ਵੀ ਰਿਜ਼ਲਟ ਹੋਏਗਾ ਦੱਸ ਦਿੱਤਾ ਜਾਏਗਾ। ਦਾ ਲੈਟਰ ਵਿਲ ਟੈਲ ਯੂ ਹਾਊ ਟੂ ਮੇਕ nomination approval and request for the deposit letter and business performance agreement। ਉਹਦੇ 'ਚ nomination approval ਹੋਏਗੀ, request for deposit letter, ਤੁਹਾਨੂੰ ਇੱਕ ਰਿਕੁਐਸਟ ਕੀਤੀ ਜਾਵੇਗੀ ਜਿਹੜਾ ਇੱਕ ਗੁੱਡ ਫੇਥ ਇੱਕ ਡਿਪੋਜ਼ਿਟ ਆ ਉਹ ਡਿਪੋਜ਼ਿਟ ਕਰਾਉਣ ਵਾਸਤੇ। ਫਰਦਰ ਇਟ ਸੇਜ਼ ਦਾ ਲੈਟਰ ਵਿਲ ਟੈਲ ਯੂ ਹਾਊ ਟੂ ਮੇਕ ਦਾ ਰਿਫੰਡੇਬਲ। ਤੁਸੀਂ 75,000 ਕੈਨੇਡੀਅਨ ਡਾਲਰ ਗੁੱਡ ਫੇਥ ਡਿਪੋਜ਼ਿਟ ਤੁਸੀਂ ਵਾਇਆ ਟ੍ਰਾਂਸਫਰ ਦੇ ਥਰੂ ਡਿਪੋਜ਼ਿਟ ਕਰਨਾ ਵਾ। ਇਟ ਵਿਲ ਆਲਸੋ ਗਿਵ ਯੂ ਡੀਟੇਲਸ ਔਨ what is needed for the business performance agreement। business performance agreement ਵੀ ਤੁਹਾਨੂੰ ਦਿੱਤਾ ਜਾਏਗਾ, ਉਹਦੇ ਬਾਰੇ ਦੱਸੇਗਾ ਉਹਦੇ ਅਸੀਂ ਕੀ ਜ਼ਰੂਰੀ ਆ। we must receive the good faith deposit within 3 months of the nomination। ਜਦੋਂ ਤੁਹਾਨੂੰ nomination approval ਆ ਜਾਂਦੀ, ਤੁਹਾਨੂੰ ਇੱਕ ਰਿਕੁਐਸਟ ਆ ਜਾਂਦੀ ਹੈ ਕਿ ਤੁਹਾਨੂੰ good faith deposit ਕਰਨਾ ਪਏਗਾ, ਤੁਸੀਂ 3 months ਦੇ ਵਿੱਚ ਉਹ ਡਿਪੋਜ਼ਿਟ ਕਰਨਾ ਵਾ। if your application is ineligible you will be sent an ਇਨਐਲੀਜੀਬਲ ਲੈਟਰ। ਜੇ ਤੁਸੀਂ ਇਨ ਕੇਸ ਇਨਐਲੀਜੀਬਲ ਨਹੀਂ ਹੁੰਦੇ, ਤੁਹਾਨੂੰ ਉਸੇ ਵੀ ਲੈਟਰ ਸੈਂਡ ਕਰ ਦਿੱਤੀ ਜਾਵੇਗੀ। ਫਰਦਰ ਇਟ ਸੇਜ਼ ਨੋਮੀਨੇਸ਼ਨ ਦੇ ਵਿੱਚ once you return the signed and dated business performance agreement to the SNP and we confirm the good faith deposit has been approved you will be nominated। ਤੁਹਾਨੂੰ ਨੋਮੀਨੇਸ਼ਨ ਫਾਈਨਲ ਜਿਹੜੀ ਤੁਸੀਂ ਉਦੋਂ ਹੁੰਦੇ ਜੇ ਜਦੋਂ ਤੁਸੀਂ ਆਪਣੀ ਪੂਰੀ ਸਭ ਤੋਂ ਪਹਿਲਾਂ ਤੁਸੀਂ ਆਪਣੇ ਡਾਕੂਮੈਂਟ ਉਹਦੇ ਵਿੱਚ ਸਬਮਿਟ ਕਰ ਦਿੱਤੇ। ਡਾਕੂਮੈਂਟ ਤੁਸੀਂ ਸਬਮਿਟ ਕਰਨ ਤੋਂ ਬਾਅਦ ਤੁਹਾਡੀ ਪ੍ਰੋਸੈਸਿੰਗ ਫੀਸ ਦੀ ਤੁਹਾਨੂੰ ਇੱਕ ਮੇਲ ਆਏਗੀ, ਤੁਸੀਂ ਪ੍ਰੋਸੈਸਿੰਗ ਫੀਸ ਪੇ ਕਰ ਦਿੱਤੀ ਜੋ ਕਿ 2,500 ਕੈਨੇਡੀਅਨ ਡਾਲਰ ਹੈ। ਉਹ ਤੁਸੀਂ ਜਦੋਂ ਪੇ ਕਰ ਦਿੱਤੀ, ਉਸ ਤੋਂ ਬਾਅਦ ਸਸਕੈਚੁਅਨ ਦੇ ਥਰੂ ਅਫੀਸ਼ੀਅਲਸ ਦੇ ਵੱਲੋਂ ਤੁਹਾਡੀ ਫਾਈਲ ਦੇਖੀ ਜਾਏਗੀ, ਤੁਹਾਡੀ ਐਪਲੀਕੇਸ਼ਨ ਦੇਖੀ ਜਾਏਗੀ ਕਿ ਤੁਸੀਂ ਜੋ ਕ੍ਰਾਈਟੀਰੀਆ ਵਾ ਉਹ ਤੁਸੀਂ ਮੀਟ ਕਰ ਰਹੇ ਹੋ। ਜੇਕਰ ਤੁਸੀਂ ਉਹ ਮੀਟ ਕਰ ਰਹੇ ਹੋ, ਉਸ ਤੋਂ ਬਾਅਦ ਤੁਹਾਨੂੰ ਗੁੱਡ ਫੇਥ ਡਿਪੋਜ਼ਿਟ ਬਾਰੇ ਕਿਹਾ ਜਾਏਗਾ ਕਿ ਤੁਸੀਂ ਇਸ ਨੂੰ ਵੀ ਡਿਪੋਜ਼ਿਟ ਕਰਾਓ ਜੋ ਕਿ 75,000 ਕੈਨੇਡੀਅਨ ਡਾਲਰ ਹੈ। ਜਦੋਂ ਤੁਸੀਂ ਉਹ ਵੀ ਡਿਪੋਜ਼ਿਟ ਕਰ ਦਿੱਤਾ,
ਔਰ ਜੋ ਵੀ ਉਹਨਾਂ ਦੀਆਂ ਕੰਡੀਸ਼ਨਸ ਨੇ, ਬਿਕੋਜ਼ ਇਟ ਸੇਜ਼, ਇਹ ਕਹਿ ਰਿਹਾ ਵਾ ਕਿ ਵਨਸ ਯੂ ਰਿਟਰਨ ਦਾ ਸਾਈਨਡ ਐਂਡ ਡੇਟਡ ਬਿਜ਼ਨਸ ਪਰਫਾਰਮੈਂਸ ਐਗਰੀਮੈਂਟ, ਉਹ ਬਿਜ਼ਨਸ ਪਰਫਾਰਮੈਂਸ ਐਗਰੀਮੈਂਟ ਹੋਏਗਾ, ਪਲੱਸ ਨਾਲ ਦੀ ਨਾਲ ਤੁਸੀਂ ਡਿਪੋਜ਼ਿਟ ਕਰ ਦਿੱਤਾ ਗੁੱਡ ਫੇਥ। ਉਹ ਜਦੋਂ ਇਹਨਾਂ ਕੋਲ ਤੁਸੀਂ ਇਹਨਾਂ ਨੂੰ ਲੈਟਰ ਵਾਪਸ ਕਰਤੀ ਸਾਈਨ ਕਰਨ ਤੋਂ ਬਾਅਦ, ਤੁਸੀਂ ਗੁੱਡ ਫੇਥ ਡਿਪੋਜ਼ਿਟ ਵੀ ਕਰ ਦਿੱਤਾ, ਦੈਨ ਆਫਟਰ ਦੈਟ ਤੁਹਾਨੂੰ ਇੱਕ ਨੋਮੀਨੇਸ਼ਨ ਲੈਟਰ ਆਏਗੀ। ਇਟ ਸੇਜ਼ ਕਿ ਵੀ ਵਿਲ ਸੈਂਡ ਯੂ ਅ ਨੋਮੀਨੇਸ਼ਨ ਪੈਕੇਜ ਇਨਕਲੂਡਿੰਗ, ਉਹ 'ਚ ਕੀ ਇਨਕਲੂਡ ਹੋਏਗਾ, ਅ ਕਨਫਰਮੇਸ਼ਨ ਆਫ ਨੋਮੀਨੇਸ਼ਨ ਲੈਟਰ ਐਂਡ ਇਨਫੋ ਔਨ ਹਾਊ ਟੂ ਪ੍ਰੋਸੀਡ ਵਿਦ ਦ ਐਪਲੀਕੇਸ਼ਨ ਫॉर ਦ ਪਰਮਾਨੈਂਟ ਰੈਜ਼ੀਡੈਂਸ ਸਟੇਟਸ ਵਿਦ ਦ IRCC। ਉਹ ਤੁਹਾਨੂੰ ਜਦੋਂ ਨੋਮੀਨੇਟ ਕਰ ਦੇਣਗੇ ਲੈਟਰ ਹੈਗੀ, ਉਹਦੇ 'ਚ ਦੱਸਿਆ ਜਾਏਗਾ ਕਿ ਕਿੱਦਾਂ ਤੁਸੀਂ ਅੱਗੇ ਪਰਮਾਨੈਂਟ ਰੈਜ਼ੀਡੈਂਟ ਵਾਸਤੇ ਕੈਨੇਡਾ ਦੇ ਤੁਸੀਂ ਅਪਲਾਈ ਕਰਨਾ ਵਾ। ਇਫ ਆਲ ਵੀ ਕੈਨ ਵੈਰੀਫਾਈ ਦੀ ਨੀਡ, ਵੀ ਕੈਨ ਇਸ਼ੂ ਯੂ, ਜੇਕਰ ਕਿਤੇ ਜ਼ਰੂਰਤ ਪੈਂਦੀ ਹੈ ਤੁਹਾਨੂੰ ਟੈਂਪਰੇਰੀ ਵਰਕ ਪਰਮਿਟ ਸਪੋਰਟ ਲੈਟਰ ਵੀ ਦੇ ਸਕਦੇ ਆ, ਜਿਹਦੇ 'ਚ ਤੁਹਾਨੂੰ ਟੈਂਪਰੇਰੀ ਰੈਜ਼ੀਡੈਂਸੀ ਦਿੱਤੀ ਜਾ ਸਕਦੀ ਹੈ। ਦਿਸ ਗਿਵਸ ਯੂ ਦੀ ਓਪਰਚੁਨਿਟੀ ਟੂ ਕਮ ਟੂ ਸਸਕੈਚੁਅਨ, ਜੇਕਰ ਤੁਹਾਨੂੰ ਉਹ ਮਿਲਦੀ ਹੈ, ਤੁਹਾਨੂੰ ਇੱਕ ਓਪਰਚੁਨਿਟੀ ਮਿਲੇਗੀ ਸਸਕੈਚੁਅਨ ਦੇ ਵਿੱਚ ਜਾਣ ਦੀ। ਅਰਲੀਅਰ ਤੁਹਾਨੂੰ ਪਹਿਲਾਂ ਹੀ PR ਹੋਣ ਤੋਂ ਪਹਿਲਾਂ ਹੀ ਇੱਕ ਤੁਹਾਨੂੰ ਓਪਰਚੁਨਿਟੀ ਮਿਲ ਗਈ ਕਿ ਤੁਸੀਂ ਆਪਣਾ ਫਾਰਮ ਨੂੰ ਪ੍ਰਪੇਅਰ ਕਰ ਲਓ ਜਾ ਕੇ, ਬਟ ਹਰ ਇੱਕ ਐਮਪਲੋਈ ਨੂੰ, ਐਪਲੀਕੈਂਟਸ ਨੂੰ ਇਹ ਟੈਂਪਰੇਰੀ ਵਰਕ ਪਰਮਿਟ ਸਪੋਰਟ ਲੈਟਰ ਨਹੀਂ ਦਿੱਤੀ ਜਾਂਦੀ। ਫਰਦਰ ਇਟ ਸੇਜ਼ ਵੀ ਵਿਲ ਸੈਂਡ ਯੂ ਅ ਨੋਮੀਨੇਸ਼ਨ ਸਰਟੀਫਿਕੇਟ ਟੂ ਦਾ ਐਪਰੋਪ੍ਰੀਏਟ IRCC ਵੀਜ਼ਾ ਪੋਸਟ, ਸਰਟੀਫਿਕੇਟਸ ਆਰ ਵੈਲਿਡ ਫॉर 6 months। ਇਹ ਜਿਹੜਾ ਹੋਏਗਾ ਇਹ ਸਿਰਫ 6 ਮਹੀਨੇ ਵਾਸਤੇ, ਟੈਂਪਰੇਰੀ ਰੈਜ਼ੀਡੈਂਸੀ ਦੀ ਹੋਏਗੀ, ਸਿਰਫ 6 ਮਹੀਨੇ ਵਾਸਤੇ ਵੈਲਿਡ ਹੋਏਗੀ। ਨੋਮੀਨੇਸ਼ਨ ਤੋਂ ਬਾਅਦ ਕੀ ਹੋਏਗਾ, ਨੋਮੀਨੇਸ਼ਨ ਤੋਂ ਬਾਅਦ ਜਦੋਂ ਤੁਹਾਨੂੰ ਨੋਮੀਨੇਸ਼ਨ ਆ ਗਈ, ਤੁਸੀਂ ਫਰਦਰ ਅਪਲਾਈ ਕਰੋਗੇ ਪਰਮਾਨੈਂਟ ਰੈਜ਼ੀਡੈਂਸ ਵਾਸਤੇ। ਆਫਟਰ ਯੂ ਹੈਵ ਬੀਨ ਨੋਮੀਨੇਟਡ ਬਾਈ ਦ SEP, ਯੂ ਆਰ ਰਿਸਪੋਂਸਿਬਲ ਫॉर ਦ ਸਬਮਿਟਿੰਗ ਐਨ ਐਪਲੀਕੇਸ਼ਨ ਫॉर ਦ ਪਰਮਾਨੈਂਟ IRCC ਦੀ, ਤੁਸੀਂ ਫੈਡਰਲ ਗਵਰਨਮੈਂਟ ਦੀ ਸਾਈਟ ਦੇ ਵਿੱਚ ਜਾਓਗੇ। ਫਿਰ ਉਸ ਤੋਂ ਬਾਅਦ ਤੁਸੀਂ ਉੱਥੇ ਜੋ ਆਪਣੀ ਫਾਈਲ ਨੂੰ, ਐਪਲੀਕੇਸ਼ਨ ਨੂੰ ਸਬਮਿਟ ਕਰੋਗੇ ਫॉर ਗੈਟਿੰਗ ਦੀ ਪਰਮਾਨੈਂਟ ਰੈਜ਼ੀਡੈਂਸ ਵੀਜ਼ਾ। ਉਸ ਲਈ ਉਹ ਕੀ ਕਹਿ ਰਿਹਾ, ਬੀ ਸ਼ੋਰ ਟੂ ਅਪਲਾਈ ਫॉर ਦੀ ਪਰਮਾਨੈਂਟ ਰੈਜ਼ੀਡੈਂਸ ਸਟੇਟਸ ਬਿਫੋਰ ਯੂਰ ਨੋਮੀਨੇਸ਼ਨ। ਜਿਵੇਂ ਕਿ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀਗਾ, ਨੋਮੀਨੇਸ਼ਨ ਲੈਟਰ ਦੀ ਇੱਕ ਐਕਸਪਾਇਰੀ ਡੇਟ ਹੋਏਗੀ, ਬਿਫੋਰ ਦੈਟ ਤੁਹਾਨੂੰ ਸਬਮਿਟ ਕਰਨੀ ਪਏਗੀ ਆਪਣੀ ਐਪਲੀਕੇਸ਼ਨ। ਦਾ ਕਨਫਰਮੇਸ਼ਨ ਨੋਮੀਨੇਸ਼ਨ ਲੈਟਰ ਇਨਕਲੂਡ ਡਿਟੇਲਡ ਇੰਸਟਰਕਸ਼ਨ ਔਨ ਹਾਊ ਟੂ ਅਪਲਾਈ ਫॉर ਦੀ ਵੀਜ਼ਾ ਪੋਸਟ। ਉਹਦੇ ਵਿੱਚ ਜਿਹੜੀ ਤੁਹਾਨੂੰ ਇੱਕ ਲੈਟਰ ਆਏਗੀ, ਉਹਦੇ ਵਿੱਚ ਸਾਰਾ ਕੁਝ ਦਿੱਤਾ ਹੋਏਗਾ ਕਿ ਕਿਸ ਤਰੀਕੇ ਨਾਲ ਤੁਸੀਂ ਅਪਲਾਈ ਕਰਨਾ ਵਾ। ਉਸ ਤੋਂ ਬਾਅਦ IRCC ਵਿਲ ਕੰਡਕਟ ਸਿਕਿਉਰਿਟੀ ਕ੍ਰਿਮੀਨਲ, IRCC ਚੈੱਕ ਕਰੇਗਾ ਵੀ ਤੁਸੀਂ ਹੈਲਦੀ ਹੋ, ਤੁਹਾਡਾ ਕੋਈ ਕ੍ਰਿਮੀਨਲ ਰੈਕਰਡਸ ਨਹੀਂ ਹੈਗਾ, ਹੋਰ ਵੀ ਜੋ ਕੋਈ ਸਿਕਿਉਰਿਟੀ ਚੈੱਕਸ ਹੋਣਗੇ ਉਹ ਦੇਖਣਗੇ। ਦੈਨ ਯੂ ਵਿਲ ਗੈਟ ਇੰਸਟਰਕਸ਼ਨ ਔਨ ਮੈਡੀਕਲ ਐਗਜ਼ਾਮਸ, ਤੁਸੀਂ ਮੈਡੀਕਲ ਐਗਜ਼ਾਮ ਵਾਸਤੇ ਤੁਹਾਨੂੰ ਦੱਸਿਆ ਜਾਏਗਾ, ਤੁਹਾਨੂੰ ਕਰਵਾਉਣਾ ਪਏਗਾ। ਹੋ ਸਕਦਾ ਤੁਹਾਨੂੰ ਇੰਟਰਵਿਊ ਵੀ ਤੁਹਾਡੀ ਕੀਤੀ ਜਾਵੇ। ਫਰਦਰ ਇਟ ਸੇਜ਼ ਇਫ ਯੂ ਮੀਟ ਆਲ ਦੀ ਫੈਡਰਲ ਦੀਆਂ ਰਿਕੁਆਇਰਮੈਂਟਸ, ਤੁਸੀਂ ਜੋ ਵੀ ਫੈਡਰਲ ਗਵਰਨਮੈਂਟ ਦੀਆਂ IRCC ਦੀਆਂ ਰਿਕੁਆਇਰਮੈਂਟਸ ਹੋਣਗੀਆਂ, ਦੈਨ IRCC ਵਿਲ ਇਸ਼ੂ ਪਰਮਾਨੈਂਟ ਰੈਜ਼ੀਡੈਂਸ ਵੀਜ਼ਾ। ਤੁਹਾਨੂੰ ਵੀਜ਼ਾ ਆ ਜਾਏਗਾ। ਉਸ ਤੋਂ ਬਾਅਦ ਜੇਕਰ ਤੁਹਾਡੀਆਂ ਜਿਹੜੀਆਂ ਜੋ ਵੀ ਰਿਕੁਆਇਰਮੈਂਟਸ ਨੇ ਉਹ ਤੁਸੀਂ ਮੀਟ ਕਰ ਗਏ, ਇਹ ਵੀਜ਼ਾ ਤੁਸੀਂ ਜਿਹੜੇ ਤੁਹਾਡੇ ਡਿਪੈਂਡੈਂਟ ਨੇ ਤੁਸੀਂ ਉਹਨਾਂ ਨੂੰ ਵੀ ਮਿਲੇਗਾ। ਪਲੱਸ ਜੇਕਰ ਤੁਸੀਂ ਕੋਈ ਇੱਕ ਨਾਲ ਜਿਹੜਾ ਤੁਸੀਂ ਅਕੰਪਨਿੰਗ ਫੈਮਿਲੀ ਮੈਂਬਰ ਆ ਜਾਂ ਤੁਸੀਂ ਕੋਈ ਇੰਪਲੋਈ ਆ, ਉਹਨੂੰ ਵੀ ਲੈ ਕੇ ਜਾ ਸਕਦੇ ਹੋ। ਲੈਂਡਿੰਗ ਫਰਦਰ ਤੁਸੀਂ ਲੈਂਡ ਕਰੋਗੇ ਜਦੋਂ ਤੁਹਾਨੂੰ ਪਰਮਾਨੈਂਟ ਰੈਜ਼ੀਡੈਂਸੀ ਵੀਜ਼ਾ ਤੁਹਾਨੂੰ ਮਿਲ ਗਿਆ। ਲੈਂਡਿੰਗ ਦੇ ਬਾਰੇ ਦੱਸ ਰਹੇ ਹੋ, ਵਨਸ ਯੂ ਹੈਵ ਅਰਾਈਵਡ ਇਨ ਸਸਕੈਚੁਅਨ ਯੂ ਵਿਲ ਨੀਡ ਟੂ ਅਟੈਂਡ ਅ ਲੈਂਡਿੰਗ ਇੰਟਰਵਿਊ। ਇੱਕ ਤੁਹਾਡੀ ਲੈਂਡਿੰਗ ਇੰਟਰਵਿਊ ਹੋਏਗੀ ਸਸਕੈਚੁਅਨ ਦੇ ਓਫੀਸ਼ੀਅਲ ਦੇ ਨਾਲ ਵਿਦਿਨ 90 ਡੇਜ਼। ਦ ਡੇ ਯੂ ਰੀਚ ਓਵਰ ਦੇਅਰ, ਆਫਟਰ ਦੈਟ ਯੂ ਹੈਵ 90 ਡੇਜ਼, ਇਨ ਬਿਟਵੀਨ ਦੀਜ਼ ਡੇਜ਼ ਤੁਹਾਡੀ ਇੱਕ ਇੰਟਰਵਿਊ ਹੋਏਗੀ। ਤੁਸੀਂ ਵੀ ਉਸ ਈਮੇਲ ਉਸ ਦੇ ਲਈ ਤੁਸੀਂ ਰਿਕੁਐਸਟ ਰੇਜ਼ ਕਰੋਗੇ। ਉਹਦੇ ਲਈ ਇਹਨਾਂ ਨੇ ਮੇਲ ID ਮੈਂਸ਼ਨ ਕੀਤੀ ਹੋਈ ਹੈ sask@entrepreneur@government.sk.car ਵਿੱਚ। ਆਫਟਰ ਦਾ ਇੰਟਰਵਿਊ ਤੋਂ ਬਾਅਦ ਵੀ ਵਿਲ ਕੰਟੀਨਿਊ ਟੂ ਬੀ ਅਵੇਲੇਬਲ ਟੂ ਯੂ। ਤੁਹਾਡੇ ਸਸਕੈਚੁਅਨ ਦੇ ਜਿਹੜੇ ਬਿਜ਼ਨਸ ਦੇ ਜਿਹੜੇ ਐਕਸਪਰਟਸ ਹੋਣਗੇ ਉਹ ਤੁਹਾਡੇ ਨਾਲ ਅਵੇਲੇਬਲ ਰਹਿਣਗੇ। ਵੀ ਵਿਲ ਕੰਟੀਨਿਊ ਟੂ ਬੀ ਅਵੇਲੇਬਲ ਟੂ ਯੂ, ਵੀ ਕੈਨ ਹੈਲਪ ਯੂ। ਤੁਹਾਨੂੰ ਇਹ ਦੱਸਣ ਵਾਸਤੇ ਕਿਵੇਂ ਤੁਸੀਂ ਬਿਜ਼ਨਸ ਦੀ ਰੈਫਰਲ ਲੈ ਸਕਦੇ ਹੋ, ਕਿਵੇਂ ਤੁਸੀਂ ਬਿਜ਼ਨਸ ਨੂੰ ਗਰੋ ਕਰ ਸਕਦੇ ਹੋ। ਯੂ ਆਰ ਐਨਕਰੇਜਡ ਟੂ ਯੂਜ਼ ਸੈਟਲਮੈਂਟ ਸਰਵਿਸਿਜ਼ ਅਵੇਲੇਬਲ ਇਨ ਦ ਸਸਕੈਚੁਅਨ। ਕੁਛ ਸੈਟਲਮੈਂਟ ਸਰਵਿਸਿਜ਼ ਹੁੰਦੀਆਂ, ਕਿਵੇਂ ਆਪਣੇ ਆਪ ਨੂੰ ਆਪਾਂ ਉੱਥੇ ਸਟੈਬਲਿਸ਼ ਸੈਟਲਮੈਂਟ ਕਰਨਾ, ਸੈੱਟ ਕਰਨਾ ਆਪਣੇ ਆਪ ਨੂੰ, ਉਹਦੇ ਰਿਗਾਰਡਿੰਗ ਤੁਹਾਨੂੰ ਇਨਕੁਆਇਰੀ ਕੀਤਾ ਜਾਏਗਾ। ਯੂ ਕੈਨ ਐਕਸੈਸ ਦੀਜ਼ ਥਰੂ ਦਾ ਰੀਜਨਲ ਨਿਊ ਕਮਰ ਗੇਟਵੇ। ਇਹਨਾਂ ਚੀਜ਼ਾਂ ਦਾ ਐਕਸੈਸ ਤੁਸੀਂ ਰੀਜਨਲ ਨਿਊ ਕਮਰ ਗੇਟਵੇ ਤੋਂ ਲੈ ਸਕਦੇ ਹੋ। ਦੀਜ਼ ਆਰਗੇਨਾਈਜੇਸ਼ਨ, ਜਿਹੜੀਆਂ ਇਹ ਆਰਗੇਨਾਈਜੇਸ਼ਨਸ ਹੈਗੀਆਂ ਵਾ, ਉਹ ਦੇ ਆਰ ਵੈਲਕਮਿੰਗ ਸੈਂਟਰਸ ਫॉर ਦੀ ਨਿਊ ਕਮਰਸ ਹਮੇਸ਼ਾ ਵੈਲਕਮ ਕਰਦੇ ਨੇ। ਦੇ ਪ੍ਰੋਵਾਈਡ ਲੈਂਗੁਏਜ ਅਸੈਸਮੈਂਟ ਸਰਵਿਸਿਜ਼, career services and the advice from the settlement coordinator।
ਜਿਹੜੇ ਇਹਨਾਂ ਦੇ ਫਰਦਰ ਸੈਟਲਮੈਂਟ ਕੋਆਰਡੀਨੇਟਰਸ ਹੋਣਗੇ ਉਹ ਤੁਹਾਨੂੰ ਲੈਂਗੁਏਜ ਦੇ ਰਿਗਾਰਡਿੰਗ ਤੁਹਾਨੂੰ ਸਰਵਿਸਿਜ਼ ਦੇਣਗੇ, ਕਰੀਅਰ ਦੇ ਵਿੱਚ ਤੁਸੀਂ ਕਿਵੇਂ ਗਰੋ ਕਰਨਾ ਉਹਦੇ ਰਿਗਾਰਡਿੰਗ ਤੁਹਾਨੂੰ ਸਰਵਿਸਿਜ਼ ਦੇਣਗੇ। ਦ ਰੀਜਨਲ ਨਿਊਕਮਰ ਗੇਟਵੇ ਕੈਨ ਆਲਸੋ ਕੰਟੈਕਟ ਯੂ ਟੂ ਕਮਿਊਨਿਟੀ ਐਂਡ ਈਥੋ ਕਲਚਰਲ ਗਰੁੱਪਸ। ਕੁਛ ਉੱਥੇ ਕੋਈ ਕਲਚਰਲ ਐਥਨੋ ਕਲਚਰਲ ਗਰੁੱਪਸ ਹੋਣਗੇ ਜਾਂ ਕੋਈ ਕਮਿਊਨਿਟੀਜ਼ ਦੇ ਲਈ ਵੀ ਤੁਹਾਨੂੰ ਕਨੈਕਟ ਕਰ ਸਕਦੇ ਨੇ। ਜਿਹੜਾ 75,000 ਕੈਨੇਡੀਅਨ ਡਾਲਰ ਆਪਾਂ ਗੁੱਡ ਫੇਥ ਦੇ ਲਈ ਆਪਾਂ ਡਿਪੋਜ਼ਿਟ ਕਰਾਉਣਾ ਵਾ, ਯੂ ਕੈਨ ਗੈਟ ਦੈਟ ਬੈਕ ਆਲਸੋ, ਤੁਸੀਂ ਵਾਪਸ ਵੀ ਲੈ ਸਕਦੇ ਹੋ। ਉਸ ਦੇ ਵਾਸਤੇ ਵਿਦਿਨ 2 years ਆਫ ਯਰ ਲੈਂਡਿੰਗ ਇਨ ਸਸਕੈਚੁਅਨ ਤੁਸੀਂ ਵਿਦਿਨ 2 years ਦੇ ਵਿੱਚ ਤੁਸੀਂ ਲੈ ਸਕਦੇ ਹੋ। ਵੈਨ ਜਦੋਂ ਆਲ ਦੀ ਬਿਜ਼ਨਸ ਪਰਫਾਰਮੈਂਸ ਐਗਰੀਮੈਂਟ ਜਿਹੜਾ ਤੁਸੀਂ ਲਿਖ ਕੇ ਦਿੰਦੇ ਹੋ ਜਦੋਂ ਉਹ ਮੈਟ ਹੋ ਜਾਏਗਾ, ਇਨ ਦੈਟ ਕੰਡੀਸ਼ਨ ਯੂ ਕੈਨ ਗੈਟ ਦੈਟ। ਵੈਨ ਯੂ ਕੈਨ ਸ਼ੋ ਦੈਟ ਯੂ ਹੈਵ ਇਨਵੈਸਟਡ ਦਿਸ ਸਸਕੈਚੁਅਨ ਬੇਸਡ ਫਾਰਮ, ਤੁਸੀਂ 6 ਮਹੀਨਿਆਂ ਦੇ ਵਿੱਚ ਇਨਵੈਸਟ ਕੀਤਾ ਵਾ ਉੱਥੇ, ਜਦੋਂ ਤੁਸੀਂ ਉਹ ਚੀਜ਼ਾਂ ਸ਼ੋਅ ਕਰਦੇ ਜੇ, ਇਨ ਦੈਟ ਕੰਡੀਸ਼ਨ ਯੂ ਕੈਨ ਗੈਟ ਦੈਟ ਬੈਕ। ਯੂ ਮਸਟ ਸਬਮਿਟ ਐਨ ਐਪਲੀਕੇਸ਼ਨ ਫॉर ਦੀ ਡਿਪੋਜ਼ਿਟ ਫੰਡ ਰਿਕੁਐਸਟ। ਤੁਸੀਂ ਜਿਹੜਾ ਗੁੱਡ ਫੇਥ ਡਿਪੋਜ਼ਿਟ ਤੁਸੀਂ ਪੇ ਕੀਤਾ ਹੈ ਟਰਸਟ ਦੇ ਵਿੱਚ, ਉਹਦੇ ਲਈ ਤੁਹਾਨੂੰ ਰਿਕੁਐਸਟ ਦੇਣੀ ਪਏਗੀ। ਆਲ ਡਾਕੂਮੈਂਟਸ ਟੂ ਪ੍ਰੂਵ ਦੈਟ ਟਰਮਸ ਆਫ ਬਿਜ਼ਨਸ ਪਰਫਾਰਮੈਂਸ, ਉਹਦੇ 'ਚ ਤੁਸੀਂ ਪ੍ਰੂਵ ਕਰੋਗੇ ਕਿ ਜਿਹੜੀਆਂ ਬਿਜ਼ਨਸ ਦੀਆਂ ਕੰਡੀਸ਼ਨ ਸੀਗੀਆਂ ਸਭ ਮੈਟ ਹੋ ਚੁੱਕੀਆਂ ਨੇ। ਫਰਦਰ ਇਟ ਸੇਜ਼ ਜੇ ਤੁਹਾਡੀਆਂ ਉਹ ਕੰਡੀਸ਼ਨਸ ਮੈਟ ਹੋ ਗਈਆਂ ਨੇ 75,000 ਕੈਨੇਡੀਅਨ ਡਾਲਰ ਤੁਹਾਨੂੰ ਵਾਪਸ ਕਰ ਦਿੱਤਾ ਜਾਵੇਗਾ। ਫਰਦਰ ਇਟ ਸੇਜ਼ ਜੇ ਉਹ ਕੰਡੀਸ਼ਨ, ਇਫ ਦੀ ਕੰਡੀਸ਼ਨਸ ਹੈਵ ਨੋਟ ਬੀਨ ਮੈਟ, ਯੂ ਵਿਲ ਬੀ ਇਨਫੋਰਮਡ ਆਫ ਦੀ ਆਊਟਸਟੈਂਡਿੰਗ ਕ੍ਰਾਈਟੇਰੀਆ ਦੈਟ ਯੂ ਮਸਟ ਮੀਟ। ਜੇਕਰ ਕੁਛ ਉਹਦੇ ਵਿੱਚ ਪੈਂਡਿੰਗ ਹੈਗਾ, ਜਿਹੜੀਆਂ ਚੀਜ਼ਾਂ ਮੈਟ ਨਹੀਂ ਹੋਈਆਂ, ਤੁਹਾਨੂੰ ਕਹਿ ਸਕਦੇ ਨੇ ਵੀ ਇਹ ਚੀਜ਼ਾਂ ਤੁਸੀਂ ਮੈਟ ਕਰਨੀਆਂ ਨੇ ਰਿਟਰਨ ਲੈਣ ਵਾਸਤੇ। Further it says if you are responsible for any of the following we will retain the good faith deposit and any interest accumulated on it। ਜੇ ਤੁਸੀਂ ਕੋਈ ਫਰਦਰ ਜਿਹੜੀਆਂ ਚੀਜ਼ਾਂ ਨੇ ਉਹਨਾਂ ਵਾਸਤੇ ਜੇਕਰ ਤੁਸੀਂ ਰਿਸਪੌਂਸੀਬਲ ਹੋਏ ਤੇ ਉਹ ਤੁਹਾਡਾ ਜਿਹੜਾ ਡਿਪੋਜ਼ਿਟ ਆ ਉਹ ਰਿਟੇਨ ਕੀਤਾ ਜਾਏਗਾ ਸਸਕੈਚੁਅਨ ਦੇ ਵੱਲੋਂ। ਉਸ ਕੰਡੀਸ਼ਨ ਦੇ ਵਿੱਚ ਜੇ ਤੁਸੀਂ ਇਫ ਯੂ ਡੂ ਨਾਟ ਕੰਪਲੀਟ ਦ ਪ੍ਰੋਸੈਸ ਟੂ ਤੁਹਾਨੂੰ ਪਰਮਾਨੈਂਟ ਰੈਜ਼ੀਡੈਂਸ ਦੇ ਪ੍ਰੋਪਰ ਤੁਹਾਨੂੰ ਆ ਗਿਆ ਕਿ ਤੁਸੀਂ ਉਹਨੂੰ ਆਪਣੀ ਐਪਲੀਕੇਸ਼ਨ ਨੂੰ ਰਿਸੀਵ ਕਰ ਲਓ, ਆਪਣੀ ਐਪਲੀਕੇਸ਼ਨ ਨੂੰ ਕੰਪਲੀਟ ਕਰ ਲਓ। ਇਫ ਯੂ ਡੂ ਨਾਟ ਕੰਪਲੀਟ, ਉਹ ਤੁਸੀਂ ਪ੍ਰੋਸੈਸ ਕੰਪਲੀਟ ਨਹੀਂ ਕਰਦੇ, ਇਨ ਦੈਟ ਕੰਡੀਸ਼ਨ ਯੂ ਵੋਂਟ ਗੈਟ ਦੈਟ ਬੈਕ। ਫਰਦਰ ਇਟ ਸੇਜ਼ ਇਫ ਯੂ ਡੂ ਨਾਟ ਕੰਪਲੀਟ ਦ ਪ੍ਰੋਸੈਸ ਟੂ ਲੈਂਡ ਇਨ ਸਸਕੈਚੁਅਨ, ਸਭ ਕੁਝ ਹੋ ਗਿਆ, ਤੁਸੀਂ ਸਸਕੈਚੁਅਨ 'ਚ ਲੈਂਡ ਨਹੀਂ ਕਰਦੇ, ਉਹ ਇਨ ਦੈਟ ਕੰਡੀਸ਼ਨ ਵੀ ਤੁਹਾਨੂੰ ਉਹ ਪੈਸੇ ਵਾਪਸ ਨਹੀਂ ਦਿੱਤੇ ਜਾਣਗੇ। ਜੇਕਰ ਉਸ ਤੋਂ ਇਲਾਵਾ ਤੁਸੀਂ ਕੰਡੀਸ਼ਨ ਜਿਹੜੀਆਂ ਬਿਜ਼ਨਸ ਪਰਫਾਰਮੈਂਸ ਐਗਰੀਮੈਂਟ ਦੀਆਂ ਇਹ ਕੰਡੀਸ਼ਨਸ ਮੈਟ ਨਹੀਂ ਕਰਦੇ, ਇਹ ਕੰਡੀਸ਼ਨਸ ਮੈਟ ਕਰਨੀਆਂ ਜ਼ਰੂਰੀ ਆ, ਕਿਉਂਕਿ ਇਸ ਦੇ ਵਾਸਤੇ ਹੀ ਤੁਹਾਡੇ ਕੋਲ 75,000 ਕੈਨੇਡੀਅਨ ਡਾਲਰ ਡਿਪੋਜ਼ਿਟ ਕਰਾਇਆ ਜਾ ਰਿਹਾ ਵਾ। ਜੇਕਰ ਇਹ ਕੰਡੀਸ਼ਨਸ ਨਹੀਂ ਮੈਟ ਹੁੰਦੀਆਂ ਉਹ ਵਾਪਸ ਨਹੀਂ ਮਿਲੇਗਾ, ਉਹ ਪ੍ਰੋਵਿੰਸ ਨੂੰ ਪੇ ਕਰ ਦਿੱਤਾ ਜਾਵੇਗਾ। ਇਫ ਫਰਦਰ ਇਟ ਸੇਜ਼ ਇਫ ਯੂ ਪਰਪਸਫੁਲੀ ਮਿਸਪ੍ਰੈਜ਼ੈਂਟਡ ਯੋਰਸੈਲਫ, ਤੁਸੀਂ ਜਾਣਬੁੱਝ ਕੇ ਜੇਕਰ ਕੁਝ ਤੁਸੀਂ ਗਲਤ ਡਾਕੂਮੈਂਟਸ ਦਿੱਤੇ ਨੇ, ਇਨ ਦੈਟ ਕੰਡੀਸ਼ਨ ਆਲਸੋ ਤੁਹਾਨੂੰ ਵਾਪਸ ਨਹੀਂ ਦਿੱਤਾ ਜਾਏਗਾ। ਇਨ ਸ਼ੋਰਟ ਜੇਕਰ ਆਪਾਂ ਗੱਲ ਕਰੀਏ ਤੇ ਸਭ ਤੋਂ ਪਹਿਲਾਂ ਇਸ ਨੂੰ ਪ੍ਰੋਸੈਸ ਇਸ ਦਾ ਸਟਾਰਟ ਕਰਨ ਵਾਸਤੇ ਤੁਸੀਂ ਸਸਕੈਚੁਅਨ ਦੀ ਮੇਲ ਦੇ ਉੱਪਰ ਇੱਕ ਮੇਲ ਸੈਂਡ ਕਰੋਗੇ। ਉਸ ਤੋਂ ਬਾਅਦ ਤੁਹਾਡੀ ਫਾਈਨੈਂਸ਼ੀਅਲ ਇੱਕ ਵੈਰੀਫਿਕੇਸ਼ਨ ਹੋਏਗੀ ਜਿਸੇ ਦੇਖਿਆ ਜਾਏਗਾ ਕਿ ਤੁਹਾਡੇ ਕੋਲ ਨੈੱਟ ਵਰਥ ਤੁਹਾਡੀ ਇਨੀਕ ਹੈ। ਜਦੋਂ ਉਹ ਅਸੈਸਮੈਂਟ ਕੰਪਲੀਟ ਹੋ ਜਾਏਗੀ ਤੁਹਾਨੂੰ ਇੱਕ ਮੇਲ ਆਏਗੀ ਜਿਹਦੇ ਤੁਹਾਨੂੰ ਪ੍ਰੋਸੈਸਿੰਗ ਫੀਸ ਪੇ ਕਰਨ ਲਈ ਕਿਹਾ ਜਾਏਗਾ ਜੋ ਕਿ 2,500 ਕੈਨੇਡੀਅਨ ਡਾਲਰ ਹੈ। ਉਹ ਪੇ ਕਰਨ ਤੋਂ ਬਾਅਦ ਤੁਹਾਡੀ ਅਗੇਨ ਅਸੈਸਮੈਂਟ ਹੋਏਗੀ ਕਿ ਤੁਹਾਡੇ ਕੋਲ ਐਕਸਪੀਰੀਅੰਸ ਵਗੈਰਾ ਹੈ, ਨਾਲ ਦੀ ਨਾਲ ਤੁਹਾਡੀ ਕੋਈ ਇੰਟਰਵਿਊ ਵੀ ਹੋ ਸਕਦੀ ਹੈ, ਤੁਹਾਡੇ ਕੋਲ ਕੁਝ ਐਡੀਸ਼ਨਲ ਡਾਕੂਮੈਂਟਸ ਵੀ ਮੰਗੇ ਜਾ ਸਕਦੇ ਆ। ਉਸ ਦੀ ਕੰਪਲੀਸ਼ਨ ਤੋਂ ਬਾਅਦ ਤੁਹਾਨੂੰ ਮੇਲ ਸੈਂਡ ਕੀਤੀ ਜਾਏਗੀ ਕਿ ਜਿਸ ਵਿੱਚ ਕਿਹਾ ਜਾਏ ਕਿ ਤੁਸੀਂ ਗੁੱਡ ਫੇਥ ਡਿਪੋਜ਼ਿਟ ਕਰਵਾ ਦਿਓ ਜਿਹੜਾ ਕਿ 75,000 ਕੈਨੇਡੀਅਨ ਡਾਲਰ ਹੈ। ਨਾਲ ਦੀ ਨਾਲ ਬਿਜ਼ਨਸ ਐਗਰੀਮੈਂਟ ਜਿਹੜਾ ਹੈਗਾ ਵਾ, ਬਿਜ਼ਨਸ ਪਰਫਾਰਮੈਂਸ ਐਗਰੀਮੈਂਟ, ਉਹਦੀਆਂ ਜੋ ਟਰਮਸ ਐਂਡ ਕੰਡੀਸ਼ਨ ਮੈਂਸ਼ਨ ਕੀਤੀਆਂ ਹੋਣਗੀਆਂ ਤੁਸੀਂ ਉਹਨੂੰ ਵੀ ਸਾਈਨ ਕਰਕੇ ਵਾਪਸ ਭੇਜੋਗੇ। ਇਸ ਦੀ ਕੰਪਲੀਸ਼ਨ ਤੋਂ ਬਾਅਦ ਤੁਹਾਨੂੰ ਨੋਮੀਨੇਟ ਕਰ ਦਿੱਤਾ ਜਾਏਗਾ। ਉਸ ਦੇ ਵਿੱਚ ਦੱਸਿਆ ਜਾਏਗਾ ਕਿ ਤੁਸੀਂ ਹੁਣ ਆਪਣੀ ਜਿਹੜੀ ਫਾਈਲ ਹੈ IRCC ਦੇ ਵਿੱਚ ਅਪਲੋਡ ਕਰ ਦੇਵੋ, ਸਬਮਿਟ ਕਰ ਦੇਵੋ, ਤੁਹਾਡਾ PR ਦਾ ਪ੍ਰੋਸੈਸ ਸਟਾਰਟ ਹੋ ਜਾਵੇਗਾ। It was all about this program, and apart from this, if you want to know about any PNP, about the Express Entry, anytime in that case you can write down to me. I'll be more than happy to assist you with. You can write down on my email ID which is mentioned on the screen. Stay positive, be positive. Thank you for watching this video.